ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਾਰਿਆਂ ਦਾ ਸਾਡੇ ਚੈਨਲ 'ਤੇ ਸਵਾਗਤ ਹੈ। ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ PS ਟੈਟ ਪੇਪਰ 2 ਦੀ ਸਾਇੰਸ ਦੇ ਪ੍ਰੀਵੀਅਸ ਈਅਰ ਕੁਐਸਚਨ। ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ। ਅੱਜ ਦਾ ਪਹਿਲਾ ਕੁਐਸਚਨ ਹੈ ਜੀ, ਮੈਗਨੈਟਿਕ ਫੀਲਡ ਲਾਈਨ ਆਲਵੇਜ਼ ਫੋਰਮ। ਮੈਗਨੈਟਿਕ ਫੀਲਡ ਲਾਈਨ ਕੀ ਹੁੰਦੀਆਂ ਨੇ? ਦੇਖੋ, ਮੈਂ ਬਹੁਤ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ, ਬਟ ਕੋਸ਼ਿਸ਼ ਕਰਾਂਗਾ ਬੇਸਿਕ ਗੱਲਾਂ ਤੁਹਾਨੂੰ ਦੱਸਦਾ। ਤੁਸੀਂ ਯਾਦ ਰੱਖਣਾ ਜੀ, ਕੋਈ ਵੀ ਮੈਗਨੇਟ ਹੋਏਗਾ, ਮੈਗਨੇਟ ਵਿੱਚ ਆਪਾਂ ਨਾ ਕੁਝ ਇਮੈਜੀਨਰੀ ਲਾਈਨ ਸੋਚਦੇ ਹਾਂ, ਜਿਹਨੂੰ ਆਪਾਂ ਬੋਲਦੇ ਹਾਂ ਜੀ ਮੈਗਨੈਟਿਕ ਫੀਲਡ ਲਾਈਨ। ਮੰਨ ਲਓ ਇੱਕ ਆਪਣੇ ਕੋਲ ਮੈਗਨੇਟ ਹੈ, ਇੱਕ ਆਪਣੇ ਕੋਲ ਪੋਲ ਹੁੰਦਾ ਜੀ ਇਹਦਾ ਨਾਰਥ, ਇੱਕ ਹੁੰਦਾ ਜੀ ਸਾਊਥ। ਸੋ ਯਾਦ ਰੱਖਣਾ, ਨਾਰਥ ਵਿੱਚੋਂ ਹਮੇਸ਼ਾ ਲਾਈਨ ਨਿਕਲਦੀ ਹੈ ਅਤੇ ਕਿੱਧਰ ਐਂਟਰ ਕਰਦੀ ਹੈ ਜੀ, ਸਾਊਥ ਵੱਲ। ਇਸ ਤਰ੍ਹਾਂ ਨਾਰਥ 'ਚੋਂ ਲਾਈਨ ਨਿਕਲਦੀ ਹੈ ਅਤੇ ਕਿੱਧਰ ਐਂਟਰ ਕਰਦੀ ਹੈ ਜੀ, ਸਾਊਥ ਵੱਲ। ਸੋ ਇਹ ਜਿਹੜੀਆਂ ਲਾਈਨਸ ਹੁੰਦੀਆਂ ਨੇ, ਇਹ ਕੀ ਬਣਾਉਂਦੀਆਂ ਨੇ ਜੀ, ਕਲੋਜ਼ਡ ਲੂਪਸ। ਮੈਗਨੈਟਿਕ ਫੀਲਡ ਲਾਈਨ ਹਮੇਸ਼ਾ ਕੀ ਬਣਾਉਂਦੀਆਂ ਨੇ ਜੀ, ਕਲੋਜ਼ਡ ਲੂਪ। ਚਲਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਨੈਕਸਟ ਕੁਐਸਚਨ ਹੈ ਜੀ, ਦ ਨੈਚੁਰਲ ਰਿਸੋਰਸ ਔਨ ਵਿਚ ਮੈਨਕਾਈਂਡ ਇਜ਼ ਡਿਪੈਂਡੈਂਟ ਆਰ ਨੋਟ ਪ੍ਰੋਵਾਈਡਡ ਬਾਈ ਦ ਸਫੀਅਰ। ਕਹਿੰਦੇ ਇਹਨਾਂ ਵਿੱਚੋਂ ਕਿਹੜੇ ਸਫੀਅਰ ਤੋਂ ਜਿਹੜੀਆਂ ਚੀਜ਼ਾਂ 'ਤੇ ਆਪਾਂ ਡਿਪੈਂਡੈਂਟ ਆ ਨਹੀਂ ਮਿਲਦੀਆਂ। ਦੇਖੋ, ਐਟਮੋਸਫੀਅਰ ਮਤਲਬ ਹਵਾ, ਜਿਹੜੀ ਹਵਾ ਵਾਲਾ ਸਾਰਾ ਏਰੀਆ ਉਹਨੂੰ ਆਪਾਂ ਐਟਮੋਸਫੀਅਰ ਬੋਲਦੇ ਹਾਂ। ਹਾਈਡਰੋਸਫੀਅਰ ਮਤਲਬ ਪਾਣੀ ਵਾਲਾ। ਬਾਇਓਸਫੀਅਰ ਜਿੱਥੇ ਸਾਰੇ ਇਕੱਠੇ ਹੁੰਦੇ ਨੇ। ਇੱਕ ਆ ਗਿਆ ਜੀ ਆਈਨੋਸਫੀਅਰ। ਆਈਨੋਸਫੀਅਰ ਆਪਣੀ ਇੱਕ ਐਟਮੋਸਫੀਅਰ ਦੀ ਲੇਅਰ ਨੂੰ ਬੋਲਿਆ ਜਾਂਦਾ ਹੈ, ਜਿੱਥੇ ਜਿਹੜੀਆਂ ਆਪਣੀਆਂ ਗੈਸਿਸ ਨੇ ਉਹ ਆਇਨ ਦੀ ਫਾਰਮ 'ਚ ਹੁੰਦੀਆਂ। ਸੋ ਆਪਣਾ ਆਨਸਰ ਕੀ ਬਣ ਜਾਏਗਾ ਜੀ, ਆਈਨੋਸਫੀਅਰ। ਮੈਂ ਇੱਥੇ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹਾਂਗਾ, ਇਹ ਸਾਰੇ ਕੁਐਸਚਨ ਪੰਜਾਬੀ ਵਿੱਚ ਵੀ ਅਵੇਲੇਬਲ ਨੇ, ਪਰ ਦੇਖੋ ਜਿਵੇਂ ਮੰਨ ਲਓ ਇੱਥੇ ਲਿਖਿਆ ਨਾ ਜੀ ਐਟਮੋਸਫੀਅਰ, ਇਹਨੂੰ ਪੰਜਾਬੀ 'ਚ ਵੈਸੇ ਬੋਲਿਆ ਜਾਂਦਾ ਵਾਯੂਮੰਡਲ। ਪੰਜਾਬੀ ਵਿੱਚ ਇਹਨੂੰ ਵਾਯੂਮੰਡਲ ਨਹੀਂ ਲਿਖਿਆ ਹੋਇਆ, ਉੱਥੇ ਵੀ ਐਟਮੋਸਫੀਅਰ ਹੀ ਲਿਖਿਆ। ਸੋ ਮੈਂ ਤਾਂ ਇਹਦੇ ਜਿਹੜੇ ਪੈਰਲਰ ਪੰਜਾਬੀ ਦੇ ਕੁਐਸਚਨ ਨਹੀਂ ਲੈ ਕੇ ਆਇਆ, ਮਤਲਬ ਉਹ ਸਿਰਫ ਟਰਾਂਸਲੇਸ਼ਨ ਨਹੀਂ, ਉਹ ਸੇਮ ਐਜ਼ ਇਟ ਇਜ਼ ਵਰਡ ਲਿਖਿਆ ਹੋਇਆ। ਤਾਂ ਇੱਕ ਗੱਲ ਹੋਰ ਹੁੰਦੀ ਹੈ ਸਾਇੰਸ ਵਿੱਚ ਖਾਸ ਕਰ, ਕਿ ਜਿਹੜੀ ਫਾਈਨਲ ਗੱਲ ਮੰਨੀ ਜਾਂਦੀ ਹੈ ਉਹ ਇੰਗਲਿਸ਼ ਦੀ ਮੰਨੀ ਜਾਂਦੀ ਹੈ। ਸੋ ਮੈਂ ਕੋਸ਼ਿਸ਼ ਕੀਤੀ ਕਿ ਇੰਗਲਿਸ਼ ਦੇ ਹੀ ਕੁਐਸਚਨ ਲੈ ਕੇ ਆਵਾਂ, ਅਤੇ ਤਾਂ ਕਿ ਇਹਨੂੰ ਆਪਾਂ ਸਹੀ ਤਰ੍ਹਾਂ ਸਮਝ ਸਕੀਏ। ਚਲੋ ਨੈਕਸਟ ਕਰਦੇ ਹਾਂ ਜੀ। ਕਹਿੰਦੇ ਲੈਂਡ ਇਜ਼ ਦ ਮੋਸਟ ਇੰਪੋਰਟੈਂਟ ਰਿਸੋਰਸ ਫੋਰ। ਲੈਂਡ ਹੈ, ਜ਼ਮੀਨ ਕਿਸ ਚੀਜ਼ ਲਈ ਇੰਪੋਰਟੈਂਟ ਹੈ? ਫੂਡ ਪ੍ਰੋਡਕਸ਼ਨ ਲਈ, ਐਨੀਮਲ ਹਸਬੈਂਡਰੀ ਲਈ, ਹਿਊਮਨ ਸੈਟਲਮੈਂਟ ਲਈ। ਦੇਖੋ, ਐਨੀਮਲ ਹਸਬੈਂਡਰੀ ਮਤਲਬ ਹੁੰਦਾ ਜਾਨਵਰਾਂ ਨੂੰ ਪਾਲਣਾ, ਹਿਊਮਨ ਸੈਟਲਮੈਂਟ ਮਤਲਬ ਆਪਾਂ ਜਿੱਥੇ ਰਹਿੰਦੇ ਹਾਂ। ਸਾਰੀਆਂ ਚੀਜ਼ਾਂ ਲਈ ਆਪਾਂ ਜਾਣਦੇ ਹਾਂ ਕਿ ਲੈਂਡ ਕੀ ਹੈ, ਬੜਾ ਜ਼ਿਆਦਾ ਇੰਪੋਰਟੈਂਟ ਹੈ। ਸੋ ਜਿਹੜਾ ਆਪਣਾ ਆਨਸਰ ਬਣ ਜਾਏਗਾ ਜੀ, ਉਹ ਬਣ ਜਾਏਗਾ ਆਲ ਆਫ ਦ ਅਬਵ। ਨੈਕਸਟ ਕੁਐਸਚਨ ਆ ਗਿਆ ਜੀ ਆਪਣੇ ਕੋਲ, ਵਿਚ ਆਫ ਦ ਫੋਲੋਇੰਗ ਆਰ ਕੰਸਿਡਰਡ ਐਜ਼ ਐਨ ਐਕਵੈਟਿਕ ਈਕੋਸਿਸਟਮ। ਐਕਵੈਟਿਕ ਮਤਲਬ ਪਾਣੀ ਵਾਲਾ ਈਕੋਸਿਸਟਮ। ਦੇਖੋ ਆਪਣੇ ਕੋਲ ਚਾਰ ਆਪਸ਼ਨ ਨੇ। ਵੈਟਲੈਂਡ, ਵੈਟਲੈਂਡ ਹੁੰਦਾ ਜੀ ਦਲਦਲੀ ਇਲਾਕਾ, ਜਿਹੜਾ ਕਿਸੇ ਸਮੁੰਦਰ ਦੇ ਨੇੜੇ ਪਾਇਆ ਜਾਂਦਾ, ਠੀਕ ਹੈ ਜੀ। ਫਿਰ ਆ ਗਿਆ ਆਪਣੇ ਕੋਲ ਆਈਲੈਂਡ ਮਤਲਬ ਟਾਪੂ, ਮਾਊਂਟੇਨ ਪਹਾੜੀ, ਅਤੇ ਫੋਰੈਸਟ, ਫੋਰੈਸਟ ਹੋ ਗਿਆ ਜੀ ਆਪਣੇ ਕੋਲ ਜੰਗਲ। ਸੋ ਇੱਥੇ ਆਪਣਾ ਜਿਹੜਾ ਕਰੈਕਟ ਆਨਸਰ ਬਣਦਾ, ਸਿੰਪਲ ਪਤਾ ਲੱਗ ਹੀ ਰਿਹਾ ਜੀ, ਵੈਟਲੈਂਡ, ਠੀਕ ਹੈ ਜੀ, ਦਲਦਲੀ ਇਲਾਕਾ। ਨੈਕਸਟ ਆਪਣੇ ਕੋਲ ਕੁਐਸਚਨ ਆ ਗਿਆ ਜੀ, ਕਹਿੰਦੇ ਵੈਨ ਅ ਇਲੈਕਟ੍ਰਿਕ ਕਰੰਟ ਆਈ is flowing and V is the potential difference between the ends of the conductor, then Ohm's law states as। ਸਿੰਪਲ ਜੀ ਗੱਲ ਹੈ, ਉਹਨਾਂ ਨੇ V ਦੱਸਤਾ ਕਿ ਪੋਟੈਂਸ਼ੀਅਲ ਡਿਫਰੈਂਸ ਹੈ, I ਦੱਸਤਾ ਕਰੰਟ ਹੈ, ਆਪਾਂ ਦੱਸਣਾ ਜੀ ਓਮਜ਼ ਲੋ। ਦੇਖੋ ਆਪਾਂ ਨੂੰ ਪਤਾ ਜੀ, ਓਮਜ਼ ਲੋ ਕਹਿੰਦਾ V ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ I। ਜਦੋਂ ਆਪਾਂ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾਈਦਾ ਅਤੇ ਆਪਾਂ ਇਹਨੂੰ ਲਿਖ ਦਈਦਾ V ਇਜ਼ ਇਕੁਅਲ ਟੂ IR, ਠੀਕ ਹੈ ਜੀ। ਸੋ ਆਹ ਰਿਲੇਸ਼ਨ ਬਣਦਾ। ਆ B ਆਪਸ਼ਨ ਦੇਖੋ ਜੀ, V ਇਜ਼ ਇਕੁਅਲ ਟੂ RI। ਕਲੀਅਰ ਹੈ ਜੀ। ਚਲਦੇ ਹਾਂ ਅੱਗੇ। ਨੈਕਸਟ ਆਪਣੇ ਕੋਲ ਆ ਗਿਆ ਜੀ, ਕਹਿੰਦੇ ਅ ਕੰਪਸ ਨੀਡਲ ਸਫਰਸ ਡਿਫਲੈਕਸ਼ਨ। ਡਿਫਲੈਕਸ਼ਨ ਦਾ ਮਤਲਬ ਹੁੰਦਾ ਹਿਲਣਾ। ਵੈਨ ਪਲੇਸਡ ਨੀਅਰ ਅ ਵਾਇਰ ਕੈਰਿੰਗ ਇਲੈਕਟ੍ਰਿਕ ਕਰੰਟ। ਦੇਖੋ ਜਦੋਂ ਵੀ ਕਿਸੇ ਕੰਪਾਸ ਨੂੰ ਆਪਾਂ ਲੈ ਕੇ ਜਾਵਾਂਗੇ ਜੀ ਇੱਕ ਤਾਰ ਦੇ ਨੇੜੇ, ਤਾਂ ਜਿਹੜੀ ਉਹ ਕੰਪਸ ਹੋਏਗੀ ਉਹਦੇ ਵਿੱਚ ਕੀ ਆਉਂਦੀ ਹੈ ਜੀ, ਡਿਫਲੈਕਸ਼ਨ, ਮਤਲਬ ਉਹਦੀ ਸੂਈ ਹੈ ਜਿਹੜੀ ਹਿੱਲਣ ਲੱਗ ਜਾਂਦੀ ਹੈ। ਕਹਿੰਦੇ ਇਹ ਫਿਨੋਮੀਨਾ ਕੀ ਦਰਸਾਉਂਦਾ? ਸਿੰਪਲ ਤੁਹਾਨੂੰ ਗੱਲ ਦੱਸਦਾ, ਜ਼ਿਆਦਾ ਬੋਝ ਨਹੀਂ ਪਾਣਾ। ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਹਮੇਸ਼ਾ ਜਿੱਥੇ ਕਿਤੇ ਇਲੈਕਟ੍ਰੀਸਿਟੀ ਫਲੋ ਕਰਦੀ ਹੈ ਉੱਥੇ ਪੈਦਾ ਹੁੰਦਾ ਇੱਕ ਮੈਗਨੈਟਿਕ ਫੀਲਡ, ਅਤੇ ਜਿਹੜੀ ਕੰਪਸ ਹੁੰਦੀ ਹੈ ਉਹ ਖੁਦ ਵੀ ਮੈਗਨੇਟ ਦੀ ਬਣੀ ਹੁੰਦੀ ਹੈ। ਸੋ ਇਹ ਕੀ ਹੁੰਦਾ, ਜਦੋਂ ਮੈਗਨੈਟਿਕ ਫੀਲਡ ਜਿਹੜਾ ਉਹਦੇ ਦੁਆਰਾ ਪ੍ਰੋਡਿਊਸ ਹੁੰਦਾ ਕਰੰਟ ਦੁਆਰਾ, ਅਤੇ ਇਹਨਾਂ ਦਾ ਆਪਣਾ, ਇਹ ਦੋਨੋਂ ਆਪਸ 'ਚ ਇੰਟਰੈਕਟ ਕਰਦੇ ਨੇ ਅਤੇ ਜਿਹੜੀ ਨੀਡਲ ਹੈ ਹਿਲਦੀ ਹੈ। ਸੋ ਇੱਥੇ ਆਪਣਾ ਆਨਸਰ ਬਣਦਾ ਜੀ ਕਨੈਕਸ਼ਨ ਬਿਟਵੀਨ ਦ ਇਲੈਕਟ੍ਰਿਕ ਐਂਡ ਮੈਗਨੈਟਿਕ ਫਿਨੋਮੀਨਾ, ਠੀਕ ਹੈ ਜੀ।
ਅੱਗੇ ਚੱਲਦੇ ਹਾਂ, ਬਾਇਓ ਦਾ ਕੁਐਸਚਨ ਆ ਗਿਆ ਜੀ। ਆਇਓਡੀਨ ਇਜ਼ ਨੀਡਡ ਫॉर द ਸਿੰਥੇਸਿਸ ਆਫ ਹਾਰਮੋਨ ਇਜ਼ ਕਾਲਡ। ਦੇਖੋ ਕਹਿੰਦੇ ਆਇਓਡੀਨ ਕਿਹੜੇ ਹਾਰਮੋਨ ਲਈ ਚਾਹੀਦੀ ਹੁੰਦੀ ਹੈ, ਯਾਦ ਰੱਖਣਾ ਜੀ ਆਇਓਡੀਨ ਚਾਹੀਦੀ ਹੁੰਦੀ ਹੈ ਥਾਇਰੋਕਸਿਨ। ਠੀਕ ਹੈ ਜੀ, ਥਾਇਰੋਕਸਿਨ ਹਾਰਮੋਨ ਥਾਇਰੋਇਡ ਗਲੈਂਡ ਤੋਂ ਨਿਕਲਦਾ ਜੋ ਆਪਣੇ ਗਲੇ ਵਿੱਚ ਮੌਜੂਦ ਹੁੰਦਾ ਜੀ, ਜਿਹਨੂੰ ਪੰਜਾਬੀ 'ਚ ਬੋਲਦੇ ਨੇ ਇਹਦਾ ਰੋਗ ਹੋ ਜਾਂਦਾ ਇੱਕ ਆਇਓਡੀਨ ਦੀ ਕਮੀ ਨਾਲ, ਪੰਜਾਬੀ 'ਚ ਉਹਨੂੰ ਬੋਲ ਦਿੰਦੇ ਨੇ ਗਿੱਲੜ ਅਤੇ ਇੰਗਲਿਸ਼ 'ਚ ਬੋਲਦੇ ਨੇ ਜੀ ਗੋਇਟਰ। ਯਾਦ ਰੱਖਣਾ ਆਇਓਡੀਨ ਦੀ ਕਮੀ ਨਾਲ ਰੋਗ ਕਿਹੜਾ ਹੁੰਦਾ, ਗੋਇਟਰ। ਆਇਰਨ ਦੀ ਕਮੀ ਤੋਂ ਵੀ ਰੋਗ ਪੁੱਛਿਆ ਜਾਂਦਾ ਹੈ, ਉਹ ਕਿਹੜਾ ਹੁੰਦਾ ਜੀ, ਉਹ ਯਾਦ ਰੱਖਣਾ ਉਹਨੂੰ ਕਹਿੰਦੇ ਨੇ ਐਨੀਮੀਆ, ਖੂਨ ਦੀ ਕਮੀ। ਠੀਕ ਹੈ ਜੀ, ਨੈਕਸਟ ਆ ਗਿਆ ਜੀ ਆਪਣੇ ਕੋਲ ਬੈੱਡ ਬਗ। ਬੈੱਡ ਬਗ ਹੁੰਦਾ ਜੀ, ਇਹਨੂੰ ਵੈਸੇ ਆਪਾਂ ਹਿੰਦੀ 'ਚ ਬੋਲਦੇ ਹਾਂ ਖਟਮਲ, ਨਿੱਕਾ ਜਿਹਾ ਕੀੜਾ ਹੁੰਦਾ। ਇਹ ਕੀ ਹੈ, ਦੇਖੋ ਸੈਪਰੋਫਾਈਟ ਹੁੰਦਾ ਜਿਹੜੇ ਡੈਡ ਐਂਡ ਡਿਕੇਇੰਗ ਗਲੀਆਂ ਸੜੀਆਂ ਚੀਜ਼ਾਂ ਤੋਂ ਭੋਜਨ ਲੈਣ। ਪੈਰਾਸਾਈਟ ਹੁੰਦਾ ਜੀ ਜਿਹੜਾ ਕੀ ਕਰੇ, ਕਿਸੇ ਦੂਸਰੇ ਜੀਵ ਉੱਪਰ ਰਹਿ ਕੇ ਆਪਣਾ ਭੋਜਨ ਲਵੇ। ਜਿਵੇਂ ਆਪਾਂ ਯਾਦ ਰੱਖ ਸਕਦੇ ਹਾਂ ਆਪਣੇ ਸਿਰ 'ਚ ਜਿਵੇਂ ਜੂਆਂ ਪੈ ਜਾਂਦੀਆਂ, ਜਿਹੜੀਆਂ ਜੂਆਂ ਹੁੰਦੀਆਂ ਉਹ ਇੱਕ ਪੈਰਾਸਾਈਟ ਹੁੰਦੀਆਂ, ਉਹ ਆਪਣੇ ਤੋਂ ਬਣਿਆ ਬਣਾਇਆ ਖਾਣਾ ਲੈਂਦੀਆਂ। ਇਨਸੈਕਟੀਵੋਰਸ ਜਿਹੜਾ ਦੂਸਰੇ ਇਨਸੈਕਟਸ ਨੂੰ ਖਾਵੇ। ਫਰੂਗੀਵੋਰ ਮਤਲਬ ਜਿਹੜਾ ਫਰੂਟਸ ਨੂੰ ਖਾਵੇ। ਇਹਦਾ ਸਹੀ ਆਨਸਰ ਹੈ ਜੀ ਆਪਣੇ ਕੋਲ ਪੈਰਾਸਾਈਟ। ਕੀ ਆਨਸਰ ਹੈ ਜੀ, ਪੈਰਾਸਾਈਟ। ਜਿਹੜਾ ਬੈੱਡ ਬਗ ਹੁੰਦਾ ਖਟਮਲ ਹੁੰਦਾ ਇੱਕ ਪੈਰਾਸਾਈਟ ਹੈ। ਨੈਕਸਟ ਆ ਗਿਆ ਜੀ ਆਪਣੇ ਕੋਲ ਬੜਾ ਬੇਸਿਕ ਜਿਹਾ ਕੁਐਸਚਨ, ਲੋਟਸ ਇਜ਼ ਐਨ ਐਗਜ਼ਾਮਪਲ ਆਫ। ਲੋਟਸ ਕਮਲ ਦਾ ਫੁੱਲ ਲਕਸ਼ਮੀ ਮਾਤਾ ਜੀ ਦੇ ਨਾਲ ਰਿਲੇਟ ਕਰਦਾ ਹੈ, ਸੋ ਇਹਨੂੰ ਹਮੇਸ਼ਾ ਯਾਦ ਰੱਖਣਾ। ਇਹ ਪਾਣੀ ਵਿੱਚ ਪਾਇਆ ਜਾਂਦਾ, ਇਹਨੂੰ ਬੋਲਦੇ ਨੇ ਜੀ ਹਾਈਡਰੋਫਾਈਟ। ਠੀਕ ਹੈ ਜੀ, ਜ਼ੀਰੋਫਾਈਟ ਉਹ ਪਲਾਂਟ ਹੁੰਦੇ ਨੇ ਜਿਹੜੇ ਮਿਲਦੇ ਨੇ ਜੀ ਆਪਾਂ ਨੂੰ ਰੇਗਿਸਤਾਨ ਵਿੱਚ, ਮੀਜ਼ੋਫਾਈਟ ਜਿਹੜੇ ਨਾਰਮਲ ਕੰਡੀਸ਼ਨ ਵਿੱਚ ਮਿਲਦੇ ਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਪਲਾਸਟਿਕ ਇਜ਼, ਕਹਿੰਦੇ ਪਲਾਸਟਿਕ ਕੀ ਹੈ, ਦੇਖੋ ਆਪਾਂ ਸਾਰਿਆਂ ਨੂੰ ਪਤਾ ਪਲਾਸਟਿਕ ਇੱਕ ਇਨਸੂਲੇਟਰ ਹੈ। ਇਨਸੂਲੇਟਰ ਮਤਲਬ ਜਿਹੜਾ ਬਿਜਲੀ ਕੰਡਕਟ ਨਹੀਂ ਕਰਦਾ, ਬਿਜਲੀ ਦੀਆਂ ਤਾਰਾਂ ਦੇ ਉੱਪਰ ਵੀ ਜਿਹੜੀ ਕਵਰਿੰਗ ਹੁੰਦੀ ਹੈ ਕਾਹਦੀ ਹੁੰਦੀ ਹੈ ਜੀ, ਇਨਸੂਲੇਟਰ ਦੀ। ਸੋ ਆਪਣੇ ਕੋ ਆਪਸ਼ਨ ਹੈ ਸੀ ਜੀ, ਪਲਾਸਟਿਕ ਇਜ਼ ਅ ਇਨਸੂਲੇਟਰ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਦੇਖੋ ਦ ਨੰਬਰ ਆਫ ਸਪੀਸ਼ੀਜ਼ ਆਫ ਪਲਾਂਟ ਐਂਡ ਐਨੀਮਲ ਦੈਟ ਆਰ ਪ੍ਰੈਜੈਂਟ ਇਨ ਅ ਰੀਜਨ ਕੌਂਸਟੀਟਿਊਟ। ਦੇਖੋ ਜੀ ਆਹ ਮੰਨ ਲਓ ਕੋਈ ਰੀਜਨ ਹੈ, ਇਹਦੇ ਵਿੱਚ ਕਿੰਨੇ ਪਲਾਂਟ ਪਾਏ ਗਏ, ਕਿੰਨੇ ਐਨੀਮਲ ਪਾਏ ਗਏ, ਇਹਦੀ ਗਿਣਤੀ ਨੂੰ ਬੋਲਦੇ ਹਾਂ ਜੀ ਆਪਾਂ ਬਾਇਓਡਾਈਵਰਸਿਟੀ। ਕੀ ਬੋਲਦੇ ਹਾਂ ਜੀ, ਬਾਇਓਡਾਈਵਰਸਿਟੀ। ਜਿਹੜੀਆਂ ਬਾਕੀ ਟਰਮਸ ਨੇ ਇਹ ਸਾਰੀਆਂ ਐਕਚੁਅਲੀ +1 ਦੇ ਲੈਵਲ 'ਤੇ ਆਉਂਦੀਆਂ, ਸੋ ਆਪਾਂ ਇਹਨਾਂ ਨੂੰ ਇੱਥੇ ਡਿਸਕਸ ਨਹੀਂ ਕਰ ਰਹੇ, ਬਟ ਸਿੰਪਲ ਤੁਸੀਂ ਯਾਦ ਰੱਖੋ ਕਿਸੇ ਏਰੀਏ ਵਿੱਚ ਕਿੰਨੀ ਵੇਰੀਏਸ਼ਨ ਪਾਈ ਜਾਂਦੀ ਹੈ ਉਹਨੂੰ ਕਹਿੰਦੇ ਨੇ ਜੀ ਬਾਇਓਡਾਈਵਰਸਿਟੀ। ਨੈਕਸਟ ਆ ਗਿਆ ਜੀ, ਸਾਊਂਡ ਇਜ਼ ਮੇਜਰਡ ਇਨ ਅ ਯੂਨਿਟ ਕਾਲਡ। ਕਹਿੰਦੇ ਜੀ ਸਾਊਂਡ ਕਿਸ ਯੂਨਿਟ ਵਿੱਚ ਮੇਜਰ ਕੀਤੀ ਜਾਂਦੀ ਹੈ, ਇਹਨੂੰ ਯਾਦ ਰੱਖਣਾ ਜੀ ਡੈਸੀਬਲ, ਇਹਨੂੰ ਲਿਖਿਆ ਜਾਂਦਾ DB। ਠੀਕ ਹੈ ਜੀ, ਜਦੋਂ ਸਾਊਂਡ ਨੂੰ ਤੁਸੀਂ ਫ਼ੋਨ 'ਚ ਆਪਣੇ ਇੱਕ ਐਪ ਵੀ ਡਾਊਨਲੋਡ ਕਰ ਸਕਦੇ ਹੋ, ਉੱਥੇ ਤੁਹਾਨੂੰ ਰੀਡਿੰਗ ਦਿਖਾਉਂਦਾ ਕਿ ਕੋਈ ਵੀ ਸਾਊਂਡ ਆ ਰਹੀ ਹੈ ਉਹ ਕਿੰਨੀ ਹੈ, ਉਹ ਕਿੰਦੇ 'ਚ ਮਾਪੀ ਜਾਂਦੀ ਜੀ, ਡੈਸੀਬਲ। ਨੈਕਸਟ ਚੱਲਦੇ ਹਾਂ ਜੀ, ਕਹਿੰਦੇ ਇਨਵਾਇਰਮੈਂਟਲ ਐਥਿਕਸ ਡੀਲ ਵਿਦ ਦ ਇਸ਼ੂ ਰਿਲੇਟਡ ਟੂ। ਕਹਿੰਦੇ ਜਿਹੜੇ ਇਨਵਾਇਰਮੈਂਟ ਦੇ ਐਥਿਕਸ ਮਤਲਬ ਸਿਧਾਂਤ ਨੇ, ਰੂਲਸ ਨੇ, ਕਿਹਦੇ ਨਾਲ ਡੀਲ ਕਰਦੇ ਨੇ। ਦੇਖੋ ਸਾਰੀਆਂ ਆਪਸ਼ਨਾਂ ਰੀਡ ਕਰਕੇ ਦੇਖੋ ਜੀ। ਹਾਊ ਵੀ ਹੈਲਪ ਪੋਲਿਊਟ ਰਿਸੋਰਸਿਸ, ਆਪਾਂ ਕਿਵੇਂ ਉਹਨਾਂ ਨੂੰ ਰਿਸੋਰਸਿਸ ਨੂੰ ਪੋਲਿਊਟ ਕਰਾਂਗੇ, ਗਲਤ ਹੈ ਜੀ। ਹਾਊ ਵੀ ਹੈਲਪ ਟੂ ਮੇਕ ਰਿਸੋਰਸਿਸ, ਦੇਖੋ ਆਪਾਂ ਖੁਦ ਰਿਸੋਰਸਿਸ ਤਿਆਰ ਨਹੀਂ ਕਰ ਸਕਦੇ, ਠੀਕ ਹੈ ਜੀ, ਜਿਹੜੇ ਹੁੰਦੇ ਨੇ ਆਪਾਂ ਜਸਟ ਉਹਨਾਂ ਨੂੰ ਯੂਜ਼ ਹੀ ਕਰੀਦਾ। ਹਾਊ ਵੀ ਹੈਲਪ ਟੂ ਡਿਸਟਰੋਏ ਰਿਸੋਰਸਿਸ, ਕੀ ਆਪਾਂ ਉਹਨਾਂ ਨੂੰ ਕਿਵੇਂ ਖਰਾਬ ਕਰਾਂਗੇ। ਦੇਖੋ ਇਨਵਾਇਰਮੈਂਟ ਦਾ ਸਿਧਾਂਤ, ਸਿੰਪਲ ਜੀ ਗੱਲ ਹੈ, ਆਪਾਂ ਹਰ ਪਾਸੇ ਸੁਣਦੇ ਹਾਂ ਇਨਵਾਇਰਮੈਂਟ ਨੂੰ ਬਚਾਉਣਾ ਹੈ। ਸੋ ਲਾਸਟ ਆਪਸ਼ਨ ਦੇਖੋ, ਹਾਊ ਵੀ ਯੂਟੀਲਾਈਜ਼। ਯੂਟੀਲਾਈਜ਼ ਦਾ ਮਤਲਬ ਹੁੰਦਾ ਜੀ ਕਿ ਉਹਨੂੰ ਕਿਵੇਂ ਵਰਤਣਾ ਹੈ, ਐਂਡ ਡਿਸਟਰੀਬਿਊਟ ਰਿਸੋਰਸਿਸ, ਕਿਵੇਂ ਉਹਨਾਂ ਦੀ ਵੰਡ ਕਰਨੀ ਹੈ। ਠੀਕ ਹੈ ਜੀ, ਸੋ ਦੇਖੋ ਮੈਨੂੰ ਪਤਾ ਬਹੁਤ ਸਾਰੇ ਬੱਚੇ ਪੰਜਾਬੀ ਬੈਕਗਰਾਊਂਡ ਤੋਂ ਨੇ, ਠੀਕ ਹੈ ਜੀ, ਪਰ ਜਦੋਂ ਪੇਪਰ ਆਉਂਦਾ ਪੇਪਰ ਵਿੱਚ ਬਹੁਤ ਸਾਰੇ ਵਰਡ ਨੇ ਜਿਹੜੇ ਪੰਜਾਬੀ ਵਿੱਚ ਨਹੀਂ ਲਿਖੇ ਜਾਂਦੇ, ਐਜ਼ ਇਟ ਇਜ਼ ਹੀ ਉਹਨਾਂ ਨੂੰ ਕੀ ਕਰ ਦਿੱਤਾ ਜਾਂਦਾ ਪੰਜਾਬੀ ਵਿੱਚ, ਮਤਲਬ ਬਿਨਾਂ ਟਰਾਂਸਲੇਟ ਕੀਤੇ ਲਿਖ ਦਿੱਤਾ ਜਾਂਦਾ। ਸੋ ਕੋਸ਼ਿਸ਼ ਕਰੋ ਇੱਕ ਵਾਰ ਇੰਗਲਿਸ਼ ਵਾਲੇ ਕੁਐਸਚਨਸ ਤੇ ਇੰਗਲਿਸ਼ ਵਾਲੇ ਵਰਡਸ 'ਤੇ ਨਿਗਾਹ ਜ਼ਰੂਰ ਮਾਰੋ, ਜ਼ਿਆਦਾ ਸਮਾਂ ਨਹੀਂ ਲਏਗਾ। ਦੇਖੋ ਕੁਝ ਬੇਸਿਕ ਜਿਹੇ ਵਰਡ ਨੇ ਜਿਹੜੇ ਸਾਰੀ ਮੰਨ ਲਓ ਸਾਇੰਸ ਦੇ ਵਿੱਚ ਚੱਲਦੇ ਰਹਿਣਗੇ, ਜੇ ਉਹ ਬੇਸਿਕ ਜਿਹੇ ਵਰਡ ਆ ਗਏ ਤਾਂ ਫਿਰ ਆਪਾਂ ਨੂੰ ਸਾਇੰਸ ਹੈ ਜਿਹੜੀ ਸੌਖੀ ਲੱਗੇਗੀ। ਨੈਕਸਟ ਆ ਗਿਆ ਜੀ ਫੈਟ ਸੋਲਿਊਬਲ ਵਿਟਾਮਿਨ। ਦੇਖੋ ਇਹਦੀ ਮੈਂ ਤੁਹਾਨੂੰ ਗੱਲ ਦੱਸਦਾ, ਵਿਟਾਮਿਨ ਆਪਣੇ ਕੋਲ 2 ਟਾਈਪ ਦੇ ਨੇ ਜੀ, ਇੱਕ ਹੈ ਫੈਟ ਸੋਲਿਊਬਲ, ਇੱਕ ਹੁੰਦਾ ਵਾਟਰ ਸੋਲਿਊਬਲ। ਮਤਲਬ ਕੀ ਹੁੰਦਾ, ਫੈਟ ਮਤਲਬ ਤੇਲ ਵਿੱਚ ਘੁਲਣ ਵਾਲਾ, ਵਾਟਰ ਮਤਲਬ ਪਾਣੀ ਵਿੱਚ ਘੁਲਣ ਵਾਲਾ। ਦੇਖੋ ਪਾਣੀ ਵਿੱਚ ਘੁਲਣ ਵਾਲੇ 2 ਹੀ ਨੇ ਜੀ, B ਅਤੇ C। ਪਾਣੀ ਵਿੱਚ ਘੁਲਣ ਵਾਲੇ ਕਿਹੜੇ ਨੇ ਜੀ, B ਅਤੇ C। ਬੱਚੇ ਕਿਹੜੇ, ਜਿੰਨੇ ਬਚ ਗਏ A, D, E, K, ਇਹ ਚਾਰੋਂ ਵਿਟਾਮਿਨ ਕਿਹੜੇ ਹੁੰਦੇ ਨੇ ਜੀ, ਫੈਟ ਸੋਲਿਊਬਲ। ਇਸ ਕੁਐਸਚਨ ਵਿੱਚ ਮੈਨੂੰ ਯਾਦ ਹੈ ਜੀ ਉਹਨਾਂ ਨੇ ਆ ਜਿਹੜਾ A ਵਾਲਾ ਆਨਸਰ ਹੈ ਤੇ ਜਿਹੜਾ D ਵਾਲਾ ਆਨਸਰ ਹੈ ਦੋਨਾਂ ਨੂੰ ਠੀਕ ਕੀਤਾ ਸੀ, ਕਿਉਂਕਿ ਦੋਨੋਂ ਹੀ ਕੀ ਨੇ ਜੀ, ਫੈਟ ਸੋਲਿਊਬਲ ਵਿਟਾਮਿਨ। ਵਿਟਾਮਿਨਸ ਵਿੱਚੋਂ ਹਰ ਵਾਰ ਕੋਈ ਨਾ ਕੋਈ ਕੁਐਸਚਨ ਪੁੱਛ ਲੈਂਦੇ ਨੇ, ਸੋ ਸਾਰੇ ਵਿਟਾਮਿਨਸ ਦਾ ਤੁਸੀਂ ਜਿਹੜਾ ਕੈਮੀਕਲ ਨਾਮ ਹੈ ਉਸ ਨੂੰ ਵੀ ਯਾਦ ਕਰਨਾ ਹੈ। ਜਿਵੇਂ ਐਗਜ਼ਾਮਪਲ ਦੱਸ ਦਿੰਦਾ, ਵਿਟਾਮਿਨ A ਨੂੰ ਬੋਲਿਆ ਜਾਂਦਾ ਜੀ ਰੈਟੀਨੋਲ,
ठीक है जी। बी ਦੀਆਂ ਬਹੁਤ ਸਾਰੀਆਂ ਵੈਰਾਈਟੀਜ਼ ਨੇ, ਅੱਗੇ ਸੀ ਨੂੰ ਬੋਲ ਦਿੰਦੇ ਨੇ ਐਸਕੋਰਬਿਕ ਐਸਿਡ। ਸੋ ਇਹ ਸਾਰੇ ਵਿਟਾਮਿਨਸ ਨੂੰ ਤੁਸੀਂ ਇੱਕ ਵਾਰ ਜ਼ਰੂਰ ਨਿਗਾਹ ਮਾਰ ਕੇ ਜਾਣਾ ਹੈ। EVS ਵਿੱਚ ਵੀ ਆਉਂਦਾ ਅਤੇ ਸਾਇੰਸ ਦੇ ਵਿੱਚ ਵੀ ਇਹਨੂੰ ਪੁੱਛਿਆ ਜਾਂਦਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਮਿਨਰਲ ਇਜ਼ ਰਿਕਵਾਇਰਡ ਫॉर ਦ ਫੋਰਮੇਸ਼ਨ ਆਫ ਹੀਮੀਓਗਲੋਬਿਨ। ਮੈਂ ਤੁਹਾਨੂੰ ਦੱਸਿਆ ਸੀ ਹੁਣੇ ਪਹਿਲਾਂ ਗੱਲ ਕਰਕੇ ਹਟੇ ਸੀ, ਇਸ ਮਿਨਰਲ ਦੀ ਕਮੀ ਨਾਲ ਆਪਣੇ ਅੰਦਰ ਬਿਮਾਰੀ ਵੀ ਹੋ ਜਾਂਦੀ ਜਿਹਨੂੰ ਬੋਲਦੇ ਨੇ ਐਨੀਮੀਆ। ਬਲੱਡ ਨਾਲ ਰਿਲੇਟਡ ਜਦੋਂ ਵੀ ਆਏਗਾ ਪੁੱਛਿਆ ਜਾਏਗਾ ਆਇਰਨ, ਠੀਕ ਹੈ ਜੀ, ਲੋਹਾ। ਚਲਦੇ ਹਾਂ ਜੀ ਅੱਗੇ। ਅਤੇ ਹੀਮੋਗਲੋਬਿਨ ਕੀ ਹੈ? ਹੀਮੋਗਲੋਬਿਨ ਇੱਕ ਪਿਗਮੈਂਟ ਹੈ ਲਾਲ ਰੰਗ ਦਾ, ਜਿਹਦੇ ਕਰਕੇ ਆਪਣਾ ਖੂਨ ਲਾਲ ਵੀ ਦਿਖਾਈ ਦਿੰਦਾ, ਠੀਕ ਹੈ ਜੀ, ਯਾਦ ਰੱਖਣਾ, ਵੈਰੀ ਵੈਰੀ ਇੰਪੋਰਟੈਂਟ। ਚਲਦੇ ਹਾਂ ਜੀ ਅੱਗੇ। ਕਹਿੰਦੇ ਰੈੱਡ ਡਾਟਾ ਬੁੱਕ ਕੰਟੇਨਸ, ਕਹਿੰਦੇ ਰੈੱਡ ਡਾਟਾ ਬੁੱਕ ਵਿੱਚ ਕੀ ਹੁੰਦਾ ਜੀ? ਦੇਖੋ ਯਾਦ ਰੱਖਣਾ, ਰੈੱਡ ਡਾਟਾ ਬੁੱਕ ਵਿੱਚ ਹੁੰਦਾ ਐਨਡੇਂਜਰਡ ਸਪੀਸ਼ੀਜ਼। ਐਨਡੇਂਜਰਡ ਸਪੀਸ਼ੀਜ਼ ਉਹ ਨੇ ਜਿਹੜੀਆਂ ਖਤਰੇ ਵਿੱਚ ਨੇ, ਠੀਕ ਹੈ ਜੀ, ਜਿਨ੍ਹਾਂ ਨੂੰ ਜਿਹੜੀਆਂ ਅੱਗੇ ਆਉਣ ਵਾਲੇ ਸਮੇਂ ਵਿੱਚ ਉਹ ਖਤਮ ਹੋ ਸਕਦੀਆਂ ਨੇ ਆਪਣੀ ਇਨਵਾਇਰਮੈਂਟ 'ਚੋਂ। ਸੋ ਇਹ ਸਾਰਾ ਡਾਟਾ ਰੱਖਿਆ ਜਾਂਦਾ ਹੈ ਰੈੱਡ ਡਾਟਾ ਬੁੱਕ ਵਿੱਚ। ਚਲਦੇ ਹਾਂ ਜੀ ਅੱਗੇ। ਨੈਕਸਟ ਕੁਐਸਚਨ ਹੈ ਜੀ ਟੂ ਮੂਵ ਲੋਡਡ ਟਰੋਲੀ। ਕਹਿੰਦੇ ਜੀ ਆਪਣੇ ਕੋਲ ਇੱਕ ਟਰੋਲੀ ਹੈਗੀ ਹੈ, ਉਹਨੂੰ ਮੂਵ ਕਰਾਉਣਾ, ਆਪਾਂ ਕੀ ਕਰਾਂਗੇ? ਉਹਦੇ 'ਤੇ ਬਲ ਲਾਵਾਂਗੇ, ਅਪਲਾਈ ਫੋਰਸ, ਉਹਨੂੰ ਪੁਸ਼ ਕਰਾਂਗੇ, ਉਹਨੂੰ ਪੁੱਲ ਕਰਾਂਗੇ। ਦੇਖੋ ਤਿੰਨੇ ਕੰਮ ਹੀ ਕਰਾਂਗੇ, ਟਰੋਲੀ ਤਾਂ ਮੂਵ ਹੋ ਜਾਏਗੀ ਨਾ, ਠੀਕ ਹੈ। ਸੋ ਆਨਸਰ ਆ ਜਾਏਗਾ ਜੀ ਆਲ ਆਫ ਦ ਅਬਵ। ਚਲਦੇ ਹਾਂ ਜੀ ਆਪਣੇ ਨੈਕਸਟ ਕੁਐਸਚਨ ਵੱਲ। ਇੱਕ ਤੁਹਾਨੂੰ ਹੋਰ ਗੱਲ ਦੱਸਾਂ, ਇਹ ਮੋਸਟ ਇੰਪੋਰਟੈਂਟ 100 ਕੁਐਸਚਨ ਨੇ, ਠੀਕ ਹੈ ਜੀ, ਜਿਹੜੇ ਆਪਣੇ ਰੀਸੈਂਟ ਪੇਪਰ ਆਏ ਨੇ, ਮੈਂ ਉਹਨਾਂ ਵਿੱਚੋਂ ਲੈ ਕੇ ਆਇਆ। ਸੋ ਸਾਰੇ ਜਣੇ ਇਹ ਵੀਡੀਓ ਨੂੰ ਪੂਰਾ ਦੇਖਿਓ, ਕੰਪਲੀਟ ਦੇਖਿਓ, ਠੀਕ ਹੈ ਜੀ। ਚਲਦੇ ਹਾਂ। ਅਰੇਂਜ ਦ ਫੋਲੋਇੰਗ ਇਨ ਇਨਕਰੀਜ਼ਿੰਗ ਆਰਡਰ ਆਫ ਫ੍ਰਿਕਸ਼ਨ। ਕਹਿੰਦੇ ਫ੍ਰਿਕਸ਼ਨ ਕੀ ਹੁੰਦਾ ਜੀ? ਰਗੜ। ਰਗੜ ਵਾਲੀ ਫੋਰਸ 3 ਟਾਈਪ ਦੀ ਫ੍ਰਿਕਸ਼ਨ ਹੁੰਦੀ। ਇੱਕ ਹੁੰਦੀ ਜੀ ਸਟੈਟਿਕ, ਜਦੋਂ ਕੋਈ ਚੀਜ਼ ਖੜੀ ਹੈ ਉਹਨੂੰ ਆਪਾਂ ਧੱਕਾ ਲਗਾਈਏ ਅਤੇ ਉਹ ਚੱਲੇ ਨਾ, ਉਹਨੂੰ ਬੋਲਦੇ ਨੇ ਜੀ ਸਟੈਟਿਕ। ਸਲਾਈਡਿੰਗ ਹੁੰਦੀ ਜਦੋਂ ਕੋਈ ਚੀਜ਼ ਰਿੜ ਰਹੀ ਹੈ, ਸਲਾਈਡ ਕਰਨਾ। ਅਤੇ ਰੋਲਿੰਗ ਹੁੰਦੀ ਜਦੋਂ ਕੋਈ ਚੀਜ਼ ਰੋਲ ਕਰੇ। ਦੇਖੋ ਉਹਨਾਂ ਨੇ ਕਿਹਾ ਜੀ ਇਨਕਰੀਜ਼ਿੰਗ ਆਰਡਰ। ਇਨਕਰੀਜ਼ਿੰਗ ਆਰਡਰ ਦਾ ਮਤਲਬ ਕੀ ਹੁੰਦਾ ਜੀ? ਜਿਹੜੀ ਚੀਜ਼ ਦੇ ਵੱਧਦੇ ਕ੍ਰਮ, ਠੀਕ ਹੈ ਜੀ। ਸਭ ਤੋਂ ਜਿਹੜੀ ਘੱਟ ਫ੍ਰਿਕਸ਼ਨ ਹੁੰਦੀ ਹੈ ਉਹ ਹੁੰਦੀ ਹੈ ਰੋਲਿੰਗ ਵਿੱਚ, ਫਿਰ ਵੱਧ ਜਾਂਦੀ ਹੈ ਸਲਾਈਡਿੰਗ ਵਿੱਚ, ਅਤੇ ਸਭ ਤੋਂ ਜ਼ਿਆਦਾ ਹੁੰਦੀ ਹੈ ਸਟੈਟਿਕ ਵਿੱਚ। ਸੋ ਇੱਥੇ ਆਨਸਰ ਕੀ ਬਣ ਜਾਏਗਾ ਜੀ? ਇੱਥੇ ਆਨਸਰ ਬਣ ਜਾਏਗਾ ਰੋਲਿੰਗ, ਸਲਾਈਡਿੰਗ ਅਤੇ ਸਟੈਟਿਕ, ਠੀਕ ਹੈ ਜੀ। ਨੈਕਸਟ ਚਲਦੇ ਹਾਂ ਜੀ। ਦ ਰੇਂਜ ਆਫ ਔਡੀਬਲ ਫ੍ਰੀਕੁਐਂਸੀਜ਼ ਫॉर ਹਿਊਮਨ ਈਅਰ ਇਜ਼। ਦੇਖੋ ਜੀ ਕਹਿੰਦੇ ਆਪਣੇ ਕੰਨ ਦੀ ਸੁਣਨ ਦੀ ਸ਼ਮਤਾ ਕਿਹੜੀ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਯਾਦ ਰੱਖਣਾ। ਆਪਣੇ ਕੰਨ ਦੇ ਸੁਣਨ ਦੀ ਸ਼ਮਤਾ ਹੈ ਜੀ 20 ਹਰਟਸ ਤੋਂ ਲੈ ਕੇ 20,000 ਹਰਟਸ ਤੱਕ। 20,000 ਨੂੰ ਨਾ ਕਈ ਵਾਰੀ ਇਹ 20K ਹਰਟਸ ਵੀ ਲਿਖ ਦਿੰਦੇ ਨੇ। ਕੇ ਮਤਲਬ ਕਿਲੋ ਹਰਟਸ, ਠੀਕ ਹੈ ਜੀ, ਕਿਲੋ ਦਾ ਮਤਲਬ ਵੀ 1000 ਹੀ ਹੁੰਦਾ। ਸੋ ਇਸ ਨੂੰ ਯਾਦ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਆ ਗਿਆ ਜੀ ਡੈਸ਼ ਪਲੇਟਿੰਗ ਇਜ਼ ਡਨ ਔਨ ਕਾਰ ਪਾਰਟਸ, ਬਾਥ ਟੈਪ ਐਂਡ ਵੀਲ ਰਿਮ। ਕਹਿੰਦੇ ਕਿਹੜੀ ਪਲੇਟਿੰਗ ਕੀਤੀ ਜਾਂਦੀ ਹੈ? ਦੇਖੋ ਤੁਸੀਂ ਨੋਟ ਕੀਤਾ ਹੋਏਗਾ ਸਿਲਵਰ ਕਲਰ ਦੀ ਹੁੰਦੀ ਹੈ ਜਿਹੜੀ ਆ ਪਲੇਟਿੰਗ, ਇਹਨੂੰ ਬੋਲਦੇ ਆਪਾਂ ਪਲੇਟਿੰਗ ਕਰਨਾ। ਕਾਰਾਂ ਆਪਾਂ ਨਵੀਆਂ ਲਈਦੀਆਂ, ਕਾਰ 'ਚ ਸਿਲਵਰ ਕਲਰ ਦੀ ਕੋਟਿੰਗ ਜੀ ਹੁੰਦੀ ਹੈ, ਬੜੀ ਸੋਹਣੀ ਲੱਗਦੀ ਹੈ। ਫਿਰ ਆਪਣੇ ਬਾਈਕਸ ਆਉਂਦੇ ਨੇ, ਉਹਨਾਂ ਦੇ ਵਿੱਚ ਜਿਹੜੇ ਚੱਕੇ ਦਾ ਜਿਹੜਾ ਰਿਮ ਹੁੰਦਾ ਜਿੱਥੇ ਤਾਰਾਂ ਲੱਗੀਆਂ ਹੁੰਦੀਆਂ ਉੱਥੇ ਹੁੰਦੀਆਂ ਆਪਣੀਆਂ ਬਾਥਰੂਮ ਦੀਆਂ ਟੂਟੀਆਂ, ਇਹਨੂੰ ਬੋਲਦੇ ਨੇ ਜੀ ਕਰੋਮੀਅਮ ਪਲੇਟਿੰਗ। ਕਰੋਮ ਕਰਨਾ, ਵੈਸੇ ਆਪਣੀ ਆਮ ਭਾਸ਼ਾ ਵਿੱਚ ਇਹਨੂੰ ਬੋਲ ਦਿੰਦੇ ਨੇ ਕਰੋਮ, ਬਟ ਇਹਨੂੰ ਵੈਸੇ ਬੋਲਿਆ ਜਾਂਦਾ ਕਰੋਮੀਅਮ। ਸੋ ਆਨਸਰ ਆ ਜਾਏਗਾ ਜੀ ਆਪਸ਼ਨ ਏ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਇਜ਼ ਇਟ ਪੋਸੀਬਲ ਟੂ ਪ੍ਰੈਡਿਕਟ ਅਰਥਕੁਏਕ ਮੇ ਅਕਰ। ਕੀ ਆਪਾਂ ਦੱਸ ਸਕਦੇ ਹਾਂ ਅਰਥਕੁਏਕ ਕਦੋਂ ਆਏਗਾ? ਯਾਦ ਰੱਖਣਾ, ਇਹਨੂੰ ਨਹੀਂ ਦੱਸਿਆ ਜਾ ਸਕਦਾ। ਤੁਸੀਂ ਬਹੁਤ ਵਾਰ ਵਟਸਐਪ 'ਤੇ ਮੈਸੇजेस ਵੇਖਦੇ ਹੋਵੋਗੇ ਜੀ ਅੱਜ ਇਹ ਵਾਲੇ ਏਰੀਏ ਵਿੱਚ ਭੂਚਾਲ ਆਉਣਾ ਹੈ, ਸੋ ਇੰਨੇ ਵਜੇ ਤੁਸੀਂ ਆਪਦੇ ਘਰਾਂ ਤੋਂ ਬਾਹਰ ਨਿਕਲ ਜਾਓ। ਇਹ ਸਭ ਅਫਵਾਹਾਂ ਨੇ, ਠੀਕ ਹੈ ਜੀ। ਹਾਲੇ ਤੱਕ ਸਾਇੰਟੀਫਿਕਲੀ ਆਪਾਂ ਨਹੀਂ ਦੱਸ ਸਕਦੇ ਕਿ ਕਦੋਂ ਭੂਚਾਲ ਆਏਗਾ। ਹੁਣੇ ਤੁਸੀਂ ਪਿੱਛੇ ਜੇ ਵੇਖਿਆ ਹੋਏਗਾ ਤੁਰਕੀ ਦੇ ਵਿੱਚ ਭੂਚਾਲ ਆਇਆ, ਉਦੋਂ ਇੱਕ ਸਾਇੰਟਿਸਟ ਨੇ ਪਹਿਲਾਂ ਪ੍ਰੈਡਿਕਸ਼ਨ ਕੀਤੀ ਸੀ, ਉਹਦੀ ਪ੍ਰੈਡਿਕਸ਼ਨ ਸਹੀ ਵੀ ਹੋਈ। ਬਟ ਆਪਾਂ ਹਾਲੇ ਤੱਕ ਸਾਇੰਸ ਦੇ ਅਕੋਰਡਿੰਗ ਨਹੀਂ ਦੱਸ ਸਕਦੇ। ਉਸ ਬੰਦੇ ਨੇ ਆਪਣੀ ਕੋਈ ਸਟੱਡੀ ਕੀਤੀ, ਕੁਛ ਕੀਤਾ, ਬਟ ਜੋ ਹਾਲੇ ਤੱਕ ਦਾ ਡਾਟਾ ਹੈ ਆਪਾਂ ਇਹਨੂੰ ਨਹੀਂ ਦੱਸ ਸਕਦੇ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਦ ਫਸਟ ਮੈਮਲ ਟੂ ਬੀ ਕਲੋਨਡ ਵਾਸ। ਪਹਿਲਾ ਮੈਮਲ ਹੁੰਦਾ ਜੀ ਸਤਨਧਾਰੀ ਜੀਵ ਜਿਹਨੂੰ ਕਲੋਨ ਕੀਤਾ ਗਿਆ ਸੀ। ਕਲੋਨ ਕਰਨ ਦਾ ਮਤਲਬ ਹੈ ਹੂ ਬਹੂ ਆਪਾਂ ਸਾਇੰਸ ਨਾਲ ਤਿਆਰ ਕਰ ਲਿਆ ਜੀ ਜੀਵ, ਸਮਝ ਲਓ ਫੋਟੋਕਾਪੀ ਕਰ ਲਈ ਹੁੰਦੀ। ਇਹ ਸੀ ਜੀ ਡੋਲੀ ਸ਼ੀਪ, ਬਹੁਤ ਫੇਮਸ ਸੀ ਇਹ ਡੋਲੀ ਸ਼ੀਪ, ਬੜੀ ਵਾਰ ਕੁਐਸਚਨ ਇਹ ਪੁੱਛਿਆ ਜਾਂਦਾ। ਨੈਕਸਟ ਆ ਗਿਆ ਜੀ ਆਪਣੇ ਕੋਲ ਟਿਕ ਦ ਕਰੈਕਟ ਸੀਕੁਐਂਸ। ਦੇਖੋ ਹੁਣ ਇੰਨੇ ਸਾਰੇ ਵਰਡ ਲਿਖੇ ਹੋਏ ਨੇ, ਇਹਨਾਂ ਦਾ ਕੀ ਮਤਲਬ ਹੈ? ਦੇਖੋ
ਇੱਕ ਚੈਪਟਰ ਆਉਂਦਾ ਜੀ ਆਪਣੇ ਆਈ ਥਿੰਕ ਕਲਾਸ 7th ਵਿੱਚ ਫਾਈਬਰ ਟੂ ਫੈਬਰਿਕ। ਫਾਈਬਰ ਹੁੰਦਾ ਜੀ ਧਾਗਾ, ਫੈਬਰਿਕ ਹੁੰਦਾ ਕੱਪੜਾ। ਦੇਖੋ ਇਹ ਸਾਰੀਆਂ ਟਰਮ ਰਿਲੇਟਿਡ ਨੇ ਜੀ ਭੇਡ ਤੋਂ ਉਹਦੇ ਵਾਲ ਲਾ ਕੇ ਉੱਨ ਬਣਾਉਣ ਨਾਲ। ਜ਼ਿਆਦਾ ਹੁਣ ਮੈਂ ਇੱਥੇ ਸਮਾਂ ਨਹੀਂ ਲਾਂਗਾ, ਕੱਲੀ ਅਗਰ ਆਪਾਂ ਟਰਮ ਨੂੰ ਐਕਸਪਲੇਨ ਕਰਾਂਗੇ ਤਾਂ ਬਹੁਤ ਟਾਈਮ ਲੱਗ ਜਾਏਗਾ। ਮੈਂ ਦੱਸ ਦਿੰਦਾ ਇਹਦੀ ਜਿਹੜੀ ਆਪਸ਼ਨ ਹੈ ਪਹਿਲੀ ਹੈ ਜੀ ਸਹੀ। ਪਹਿਲਾ ਹੁੰਦਾ ਸ਼ੇਅਰਿੰਗ, ਸਕੋਰਿੰਗ, ਸੋਰਟਿੰਗ, ਬਰਿੰਗ, ਡਾਈਂਗ ਅਤੇ ਰੋਲਿੰਗ। ਇਹ ਅਲੱਗ-ਅਲੱਗ ਸਟੈਪ ਹੁੰਦੇ ਨੇ। ਪਹਿਲਾਂ ਕੀ ਕੀਤਾ ਜਾਂਦਾ, ਭੇਡ ਤੋਂ ਉੱਨ ਉਤਾਰੀ ਜਾਂਦੀ ਹੈ, ਫਿਰ ਉਹਨੂੰ ਅਲੱਗ-ਅਲੱਗ ਉਹਦੇ 'ਚ ਪ੍ਰੋਸੈਸਿਸ, ਉਹਨੂੰ ਗਰਮ ਪਾਣੀ 'ਚ ਪਾ ਕੇ ਸਾਫ਼ ਕਰਦੇ ਨੇ। ਇਹ ਸਾਰੀ ਪ੍ਰੋਸੈਸ ਚੱਲਦੀ ਹੈ। ਸਿੰਪਲ ਤੁਸੀਂ ਯਾਦ ਰੱਖ ਲੈਣਾ ਜਿਹੜੀ ਆਹ ਵਾਲੀ ਇਹਦੀ ਸੀਕੁਐਂਸ ਇਹ ਫੋਲੋ ਕੀਤੀ ਜਾਂਦੀ ਹੈ। ਨੈਕਸਟ ਆ ਗਿਆ ਜੀ ਵਿਚ ਆਫ ਦ ਫੋਲੋਇੰਗ ਇਜ਼ ਨੋਟ ਅ ਕੈਮੀਕਲ ਚੇਂਜ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਕੈਮੀਕਲ ਚੇਂਜ ਨਹੀਂ ਹੈ। ਵੈਰੀ ਇੰਪੋਰਟੈਂਟ ਕੁਐਸਚਨ। ਫਿਜ਼ੀਕਲ ਚੇਂਜ, ਕੈਮੀਕਲ ਚੇਂਜ ਬਹੁਤ ਜ਼ਿਆਦਾ ਪੁੱਛੇ ਜਾਂਦੇ ਹਨ। ਦੇਖੋ ਫਿਜ਼ੀਕਲ ਚੇਂਜ ਉਹ ਹੁੰਦਾ ਜਿੱਥੇ ਕੋਈ ਚੀਜ਼ ਮਤਲਬ ਉਹਦੀ ਕੈਮੀਕਲ ਕੰਪੋਜੀਸ਼ਨ ਵਿੱਚ ਬਦਲਾਵ ਨਾ ਆਵੇ। ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਜਿਵੇਂ ਮੰਨ ਲਓ ਇੱਥੇ ਦਿੱਤਾ ਬਰਨਿੰਗ ਆਫ ਕੋਲ। ਜਦੋਂ ਕੋਲ ਨੂੰ ਜਲਾ ਲਾਂਗੇ, ਕੋਲ ਹੁੰਦਾ ਜੀ C ਕਾਰਬਨ ਪਲੱਸ ਉਹਦੇ 'ਚ ਜਲਣਾ ਮਤਲਬ ਆਕਸੀਜਨ ਐਡ ਹੋਈ ਅਤੇ ਉਹ ਬਣ ਜਾਂਦਾ CO2। ਹੁਣ ਇਹ ਆਪਸ਼ਨ ਨਹੀਂ ਹੋ ਸਕਦੀ। ਡਾਈਜੈਸ਼ਨ ਆਫ ਫੂਡ, ਡਾਈਜੈਸ਼ਨ ਆਫ ਫੂਡ ਮਤਲਬ ਹੁੰਦਾ ਮੰਨ ਲਓ ਆਪਣੇ ਕੋਲ ਪ੍ਰੋਟੀਨ ਨੇ, ਆਪਣੇ ਐਂਜ਼ਾਈਮ ਉਹਦੇ 'ਤੇ ਕੰਮ ਕਰਕੇ ਉਹਨੂੰ ਅਮਾਈਨੋ ਐਸਿਡ 'ਚ ਤੋੜ ਦੇਣਗੇ। ਸੋ ਇਹ ਵੀ ਨਹੀਂ ਹੋ ਸਕਦਾ ਜੀ। ਨੈਕਸਟ ਆ ਗਿਆ ਫੋਟੋਸਿੰਥਸਿਸ। ਫੋਟੋਸਿੰਥਸਿਸ ਕੀ ਹੁੰਦੀ ਹੈ ਜੀ? ਫੋਟੋਸਿੰਥਸਿਸ ਆਪਾਂ ਜਾਣਦੇ ਹਾਂ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਨੂੰ ਮਿਲਾ ਕੇ ਕੀ ਬਣਾਇਆ ਜਾਂਦਾ ਜੀ? ਗਲੂਕੋਜ਼। ਕੀ ਬਣਾਇਆ ਜਾਂਦਾ? ਗਲੂਕੋਜ਼। ਨਵਾਂ ਚੀਜ਼ ਫਾਰਮੇਸ਼ਨ ਹੋ ਗਈ। ਸੋ ਆਨਸਰ ਆ ਜਾਏਗਾ ਇੱਥੇ ਜੀ ਨਨ ਆਫ ਦੀਜ਼। ਇਹਨਾਂ ਵਿੱਚੋਂ ਕੋਈ ਵੀ ਨਹੀਂ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਫਰੋਗਸ ਬਰੀਦ ਥਰੂ। ਫਰੋਗਸ ਕਿਵੇਂ ਸਾਹ ਲੈਂਦੇ ਨੇ? ਆਪਣੀ ਸਕਿਨ ਦੁਆਰਾ, ਚਮੜੀ ਦੁਆਰਾ, ਲੰਗਸ ਮਤਲਬ ਫੇਫੜਿਆਂ ਦੁਆਰਾ। ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ ਫਰੋਗਸ ਨੇ ਜਿਹੜੇ ਦੋਨਾਂ ਤੋਂ ਸਾਹ ਲੈਂਦੇ ਨੇ। ਸੋ ਜਿਹੜਾ ਇੱਥੇ ਆਪਣੇ ਕੋਲ ਕਰੈਕਟ ਆਨਸਰ ਬਣ ਜਾਏਗਾ ਉਹ ਆ ਜਾਏਗਾ ਜੀ ਬੋਥ ਆਫ ਦ ਅਬਵ। ਠੀਕ ਹੈ ਜੀ। ਨੈਕਸਟ ਚਲਦੇ ਹਾਂ ਜੀ ਵਿਚ ਪਾਰਟ ਆਫ ਹਿਊਮਨ ਆਈ ਸੈਂਸਿਸ ਕਲਰ। ਆਪਣੀ ਅੱਖ ਦਾ ਕਿਹੜਾ ਭਾਗ ਰੰਗ ਨੂੰ ਪਹਿਚਾਣ ਸਕਦਾ ਹੈ? ਦੇਖੋ ਜੀ ਅੱਖ ਦਾ ਅਗਰ ਮੈਂ ਤੁਹਾਨੂੰ ਸਿੰਪਲ ਅੱਖ ਦੀ ਡਾਇਗਰਾਮ ਦੱਸਾਂ, ਇਸ ਤਰ੍ਹਾਂ ਅੱਖ ਦੀ ਡਾਇਗਰਾਮ ਹੁੰਦੀ ਹੈ। ਇੱਥੋਂ ਲਾਈਟ ਐਂਟਰ ਕੀਤੀ, ਪਿੱਛੇ ਆ ਜਿਹੜਾ ਸਾਰਾ ਲੇਅਰ ਹੁੰਦੀ ਨਾ ਇਹਨੂੰ ਬੋਲਦੇ ਨੇ ਰੈਟੀਨਾ। ਰੈਟੀਨਾ ਵਿੱਚ ਦੋ ਟਾਈਪ ਦੇ ਸੈੱਲਸ ਹੁੰਦੇ ਨੇ ਜੀ, ਇੱਕ ਰੋਡ ਸੈੱਲ, ਇੱਕ ਕੋਨ ਸੈੱਲ। ਰੋਡ ਸੈੱਲ ਨਾਈਟ ਵਾਸਤੇ ਹੁੰਦੇ ਨੇ, ਕੋਨ ਸੈੱਲ ਦੇਖੋ C ਤੋਂ ਕਲਰ, C ਤੋਂ ਕੋਨ ਯਾਦ ਰੱਖ ਲਿਆ ਜੀ। ਠੀਕ ਹੈ ਜੀ। ਕੋਨ ਸੈੱਲ ਹੁੰਦੇ ਨੇ ਜਿਹੜੇ ਕਲਰ ਵਾਸਤੇ ਹੁੰਦੇ ਨੇ। ਸੋ ਆਪਸ਼ਨ ਆ ਜਾਏਗੀ ਜੀ B। ਚਲਦੇ ਹਾਂ ਜੀ ਅੱਗੇ। ਕਹਿੰਦੇ ਰੇਨਬੋ ਇਜ਼ ਨੈਚੁਰਲ ਫਿਨੋਮੀਨਾ ਬੇਸਡ ਅਪੋਨ। ਦੇਖੋ ਰੇਨਬੋ ਮਤਲਬ ਕੀ ਹੁੰਦਾ ਜੀ? 7 ਰੰਗ ਆਪਾਂ ਨੂੰ ਦਿਸਦੇ ਨੇ, ਜਿਹਨੂੰ ਆਪਾਂ ਸਤਰੰਗੀ ਪੀਂਗ ਵੀ ਕਹਿ ਦਿੰਦੇ ਹਾਂ ਜਾਂ ਇੰਦਰ ਧਨੁਸ਼ ਬੋਲ ਦਿੰਦੇ ਨੇ। ਇਹਦੇ 'ਚ ਕੀ ਹੁੰਦਾ ਜੀ? ਛੋਟੇ ਅਗਰ ਤੁਸੀਂ ਬੁੱਕਸ ਵਿੱਚ 10th ਦੀ ਬੁੱਕ ਵਿੱਚ ਇਹ ਚੈਪਟਰ 'ਚ ਦਿੱਤਾ ਲਾਈਟ ਵਾਲੇ 'ਚ, ਕੋਈ ਰੇ ਆਏਗੀ ਪ੍ਰਿਜ਼ਮ। ਪ੍ਰਿਜ਼ਮ ਮਤਲਬ ਟਰਾਇੰਗਲ ਵਾਲੀ ਜਿਹੜੀ ਸ਼ੇਪ ਹੁੰਦੀ ਹੈ, ਇਹ ਜਦੋਂ 3D ਇਹਦੇ 'ਚ ਗਲਾਸ ਦੀ ਸ਼ੇਪ ਹੁੰਦੀ ਹੈ। ਇੱਥੇ ਕੀ ਹੁੰਦਾ? 7 ਰੇਸ, 7 ਕਲਰ ਅਲੱਗ-ਅਲੱਗ ਨਿਕਲ ਜਾਂਦੇ ਨੇ। ਇਸ ਫਿਨੋਮੀਨਾ ਨੂੰ ਬੋਲਿਆ ਜਾਂਦਾ ਜੀ ਡਿਸਪਰਸ਼ਨ। ਠੀਕ ਹੈ ਜੀ। ਚਲਦੇ ਹਾਂ ਅੱਗੇ। ਨੈਕਸਟ ਆ ਗਿਆ ਜੀ ਕਹਿੰਦੇ ਵਿਚ ਕੌਂਸਟੀਲੇਸ਼ਨ ਇਜ਼ ਆਲਸੋ ਨੋਨ ਐਜ਼ ਹੰਟਰ। ਕੌਂਸਟੀਲੇਸ਼ਨ ਕੀ ਹੁੰਦਾ ਜੀ? ਤਾਰਿਆਂ ਦਾ ਸਮੂਹ। ਦੇਖੋ ਤਾਰਿਆਂ ਦੇ ਕੁਝ ਸਮੂਹ ਇਕੱਠੇ ਰਹਿੰਦੇ ਨੇ ਅਤੇ ਆਪਾਂ ਕੀ ਇਮੈਜਿਨ ਕਰਦੇ ਹਾਂ? ਸ਼ਾਇਦ ਕੋਈ ਉਹ ਇੱਕ ਸ਼ੇਪ ਬਣਾ ਰਹੇ ਨੇ। ਦੇਖੋ ਹੰਟਰ ਬੋਲਿਆ ਜਾਂਦਾ ਜੀ ਓਰੀਅਨ ਨੂੰ। ਸਿੰਪਲ ਯਾਦ ਰੱਖਿਓ ਹੰਟਰ ਕਿਹਨੂੰ ਬੋਲਿਆ ਜਾਂਦਾ? ਓਰੀਅਨ। ਠੀਕ ਹੈ ਜੀ। ਚਲਦੇ ਹਾਂ ਅੱਗੇ। ਕਹਿੰਦੇ ਐਂਡੋਕਰਾਈਨ ਗਲੈਂਡਸ ਆਰ ਆਲਸੋ ਨੋਨ ਐਜ਼। ਐਂਡੋਕਰਾਈਨ ਗਲੈਂਡ ਦੇਖੋ ਦੋ ਤਰ੍ਹਾਂ ਦੇ ਗਲੈਂਡ ਹੁੰਦੇ ਨੇ ਜੀ, ਐਂਡੋਕਰਾਈਨ ਅਤੇ ਐਗਜ਼ੋਕਰਾਈਨ। ਐਂਡੋਕਰਾਈਨ ਗਲੈਂਡ ਉਹ ਹੁੰਦੇ ਨੇ ਜਿਹੜੇ ਹਾਰਮੋਨ ਪੈਦਾ ਕਰਦੇ ਨੇ। ਯਾਦ ਰੱਖਣਾ ਜੀ ਕੀ ਪੈਦਾ ਕਰਦੇ ਨੇ? ਹਾਰਮੋਨ। ਅਤੇ ਇਹ ਗਲੈਂਡਸ ਨੂੰ ਬੋਲਿਆ ਜਾਂਦਾ ਜੀ ਡਕਟਲੈਸ ਗਲੈਂਡ। ਇਹਨਾਂ ਦੀ ਕੋਈ ਪਾਈਪ ਨਹੀਂ ਹੁੰਦੀ। ਹਾਰਮੋਨ ਹਮੇਸ਼ਾ ਟਰੈਵਲ ਕਰਦਾ ਆਪਣੇ ਬਲੱਡ ਥਰੂ। ਠੀਕ ਹੈ ਜੀ। ਉਹ ਬਲੱਡ ਦੇ ਰਸਤੇ ਤੋਂ ਹਰੇਕ ਜਗ੍ਹਾ 'ਤੇ ਜਾਂਦਾ। ਸੋ ਇੱਥੇ ਆਨਸਰ ਆ ਜਾਏਗਾ ਜੀ ਡਕਟਲੈਸ ਗਲੈਂਡਸ। ਨੈਕਸਟ ਆ ਗਿਆ ਜੀ ਜਨਰਲੀ ਮੈਟਲਿਕ ਆਕਸਾਈਡ ਆਰ। ਬੜਾ ਵਧੀਆ ਕੁਐਸਚਨ ਹੈ। ਮੈਟਲ ਦਾ ਆਕਸਾਈਡ ਕੀ ਹੁੰਦਾ ਜੀ? ਹਮੇਸ਼ਾ ਬੇਸ ਹੁੰਦਾ। ਯਾਦ ਰੱਖਣਾ ਮੈਟਲ ਦਾ ਆਕਸਾਈਡ ਬੇਸ। ਇੱਥੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਕੁਐਸਚਨ ਹੋਰ ਬਹੁਤ ਜ਼ਿਆਦਾ ਪੁੱਛਿਆ ਜਾਂਦਾ। ਉਹ ਕੁਐਸਚਨ ਹੈ ਜੀ ਕਿਹੜਾ ਆਕਸਾਈਡ ਹੁੰਦਾ? ਐਮਫੋਟੈਰਿਕ। ਐਮਫੋਟੈਰਿਕ ਮਤਲਬ ਹੁੰਦਾ ਜਿਹੜਾ ਐਸਿਡ ਨਾਲ ਬੇਸ ਤਰ੍ਹਾਂ ਰਿਐਕਟ ਕਰੇ, ਬੇਸ ਨਾਲ ਐਸਿਡ ਤਰ੍ਹਾਂ ਰਿਐਕਟ ਕਰੇ। ਉਹ ਦੋ ਨੇ ਜੀ ਜ਼ਿੰਕ ਦਾ ਆਕਸਾਈਡ ਅਤੇ ਐਲੂਮੀਨੀਅਮ ਦਾ ਆਕਸਾਈਡ। ਇਹ ਗੱਲ ਵੀ ਤੁਸੀਂ ਐਡੀਸ਼ਨਲ ਇਨਫੋਰਮੇਸ਼ਨ ਯਾਦ ਰੱਖਣੀ ਹੈ। ਮੈਟਲ ਦਾ ਆਕਸਾਈਡ ਬੇਸ, ਅਤੇ ਜੇ ਪੁੱਛ ਲੈ ਨੋਨ ਮੈਟਲ ਦਾ ਆਕਸਾਈਡ ਉਹ ਹੁੰਦਾ ਜੀ ਐਸਿਡਿਕ। ਆਨਸਰ ਇੱਥੇ ਕੀ ਆ ਜਾਏਗਾ ਜੀ? ਆਪਸ਼ਨ B। ਚਲਦੇ ਹਾਂ ਜੀ ਅੱਗੇ।
ਕਹਿੰਦੇ ਵਿਚ ਆਫ ਦ ਫੋਲੋਇੰਗ ਨੋਨ ਮੈਟਲ ਕੈਚਿਜ਼ ਫਾਇਰ ਇਫ ਐਕਸਪੋਜ਼ਡ ਟੂ ਏਅਰ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਨੋਨ ਮੈਟਲ ਹੈ ਉਹ ਅੱਗ ਪਕੜ ਲੈਂਦਾ ਜਦੋਂ ਉਹਨੂੰ ਹਵਾ ਵਿੱਚ ਰੱਖਿਆ ਜਾਵੇ? ਤਾਂ ਆਨਸਰ ਹੈ ਜੀ ਫੋਸਫੋਰਸ। ਅਗਰ ਮੈਟਲ ਪੁੱਛ ਲੈਣ, ਮੈਟਲ ਹੁੰਦੇ ਨੇ ਜੀ ਸੋਡੀਅਮ ਤੇ ਪੋਟੈਸ਼ੀਅਮ, ਅਗਰ ਇਹਨਾਂ ਨੂੰ ਹਵਾ ਦੇ ਕੰਟੈਕਟ ਵਿੱਚ ਲੈ ਆਈਏ ਤਾਂ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ, ਇੰਨੇ ਜ਼ਿਆਦਾ ਕਿਰਿਆਸ਼ੀਲ ਯਾਨੀ ਕਿ ਰਿਐਕਟਿਵ ਹੁੰਦੇ ਨੇ। ਅਗਲੀ ਗੱਲ ਆ ਗਈ ਜੀ ਵਿਚ ਆਫ ਦ ਫੋਲੋਇੰਗ ਇਜ਼ ਫਾਲਸ। ਇਹਨਾਂ ਵਿੱਚੋਂ ਕਿਹੜੀ ਗੱਲ ਗਲਤ ਹੈ? ਗੱਲ ਹੋ ਰਹੀ ਹੈ ਜੀ ਫਰਟੀਲਾਈਜ਼ਰ ਦੀ। ਫਰਟੀਲਾਈਜ਼ਰ ਮਤਲਬ ਖਾਦ। ਖਾਦ ਫੈਕਟਰੀ ਵਿੱਚ ਬਣਦੀ ਹੈ, ਬਿਲਕੁਲ ਸਹੀ ਗੱਲ ਹੈ ਜੀ, ਖਾਦ ਫੈਕਟਰੀ ਵਿੱਚ ਤਿਆਰ ਹੁੰਦੀ ਹੈ। ਫਰਟੀਲਾਈਜ਼ਰ ਪ੍ਰੋਵਾਈਡ ਹਿਊਮਸ। ਹਿਊਮਸ ਨਾ ਇੱਕ ਕਾਲੇ ਰੰਗ ਦਾ ਸਬਸਟਾਂਸ ਹੁੰਦਾ ਜਿਹੜਾ ਕੀ ਕਰਦਾ? ਸੋਇਲ ਦੀ ਕੁਆਲਿਟੀ ਨੂੰ ਵਧਾਉਂਦਾ ਹੈ। ਠੀਕ ਹੈ ਜੀ, ਜਿਹੜੇ ਫਰਟੀਲਾਈਜ਼ਰ ਹੁੰਦੇ ਨੇ ਇਹ ਹਿਊਮਸ ਸੋਇਲ ਨੂੰ ਨਹੀਂ ਪ੍ਰੋਵਾਈਡ ਕਰਦੇ, ਇਹ ਪ੍ਰੋਵਾਈਡ ਕਰਦਾ ਮੈਨਿਓਰ। ਮੈਨਿਓਰ ਮਤਲਬ ਆਪਣੀ ਜਿਹੜੀ ਦੇਸੀ ਖਾਦ ਹੁੰਦੀ ਹੈ। ਸੋ ਆਹੀ ਗੱਲ ਇੱਥੇ ਗਲਤ ਹੈ ਜੀ, ਆਪਸ਼ਨ ਆ ਜਾਏਗੀ ਜੀ ਬੀ ਆਪਸ਼ਨ ਆਪਣਾ ਕੀ ਬਣ ਜਾਏਗਾ ਇੱਥੇ ਆਨਸਰ। ਠੀਕ ਹੈ ਜੀ। ਵੈਸੇ ਤੀਸਰੀ ਆਪਸ਼ਨ ਬਾਰੇ ਵੀ ਦੱਸ ਦੇਣਾ, ਫਰਟੀਲਾਈਜ਼ਰਸ ਆਰ ਇਨਆਰਗੈਨਿਕ ਸਾਲਟ। ਹਾਂਜੀ, ਇਨਆਰਗੈਨਿਕ ਸਾਲਟ ਦਾ ਮਤਲਬ ਹੁੰਦਾ ਸਿੰਪਲ, ਜਿਹੜੇ ਜੀਵਿਤ ਸਿਸਟਮ ਲਿਵਿੰਗ ਆਰਗੈਨਿਜ਼ਮ ਵਿੱਚ ਨਹੀਂ ਮਿਲਦੇ, ਬਾਹਰ ਕੈਮੀਕਲੀ ਤਿਆਰ ਕੀਤੇ ਗਏ। ਅੱਗੇ ਚੱਲਦੇ ਹਾਂ ਜੀ। ਕਹਿੰਦੇ ਇਨ ਕੇਸ ਆਫ ਲਾਈਕਨ। ਲਾਈਕਨ ਕੀ ਹੁੰਦਾ ਜੀ? ਇਹ ਇੱਕ ਸਿੰਬਾਇਓਟਿਕ ਜੀਵ ਹੁੰਦਾ, ਲਿਖਿਆ ਵੀ ਹੈ ਜੀ ਸਿੰਬਾਇਓਟਿਕ ਰਿਲੇਸ਼ਨਸ਼ਿਪ, ਮਤਲਬ ਦੋ ਜਣੇ ਰਲ ਕੇ ਰਹਿੰਦੇ ਨੇ। ਕੌਣ ਕੌਣ ਰਹਿੰਦਾ ਜੀ? ਯਾਦ ਰੱਖਣਾ, ਇੱਕ ਐਲਗੀ ਤੇ ਇੱਕ ਫੰਗਸ। ਠੀਕ ਹੈ ਜੀ, ਐਲਗੀ ਨੂੰ ਬੋਲਿਆ ਜਾਂਦਾ ਕਾਈ, ਫੰਗਸ ਹੁੰਦੀ ਹੈ ਉੱਲੀ, ਰਲ ਕੇ ਰਹਿੰਦੇ ਨੇ, ਇਹਨਾਂ ਨੂੰ ਬੋਲਦੇ ਨੇ ਲਾਈਕਨ। ਤੇ ਇੱਥੇ ਇੰਪੋਰਟੈਂਟ ਗੱਲ ਦੱਸਾਂ, ਲਾਈਕਨ ਜੋ ਹੁੰਦੇ ਨੇ ਪੋਲਿਊਸ਼ਨ ਦੇ ਇੰਡੀਕੇਟਰ ਨੇ। ਕਿਹੜੇ ਪੋਲਿਊਸ਼ਨ ਦੇ? ਸਲਫਰ ਪੋਲਿਊਸ਼ਨ। ਜਿੱਥੇ ਵੀ ਕਿਤੇ ਆਪਣੀਆਂ ਕਾਰਾਂ ਦਾ ਧੂੰਆਂ ਹੋਏਗਾ ਉੱਥੇ ਲਾਈਕਨ ਨਹੀਂ ਮਿਲੇਗੀ। ਸੋ ਇਸੇ ਕਰਕੇ ਲਾਈਕਨ ਜ਼ਿਆਦਾਤਰ ਦੇਖਣ ਨੂੰ ਮਿਲਦੀ ਪਹਾੜੀ ਇਲਾਕੇ ਵਿੱਚ, ਜਿੱਥੇ ਕੀ ਹੁੰਦਾ ਪੋਲਿਊਸ਼ਨ ਘੱਟ ਹੁੰਦਾ ਅਤੇ ਉੱਥੇ ਆਪਾਂ ਨੂੰ ਲਾਈਕਨ ਦੇਖਣ ਨੂੰ ਮਿਲਦੀ ਹੈ। ਆਪਣੇ ਵੱਡੇ ਸ਼ਹਿਰਾਂ ਵਿੱਚ ਇਹ ਜ਼ਿਆਦਾ ਦੇਖਣ ਨੂੰ ਨਹੀਂ ਮਿਲਦੀ, ਜ਼ਿਆਦਾ ਕੀ ਦੇਖਣ ਨੂੰ ਮਿਲਦੀ ਹੀ ਨਹੀਂ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦ ਫੋਲੋਇੰਗ ਵਿਲ ਟੇਕ ਮੈਕਸੀਮਮ ਟਾਈਮ ਟੂ ਡੀਜਨਰੇਟ। ਡੀਜਨਰੇਟ ਮਤਲਬ ਕੀ ਜੀ? ਡੀਕੰਪੋਜ਼ ਹੋਣਾ। ਕਹਿੰਦੇ ਇਹਨਾਂ ਵਿੱਚੋਂ ਕਿਹੜੀ ਚੀਜ਼, ਦੇਖੋ ਯਾਦ ਰੱਖਿਆ ਜੇ, ਆਰਟੀਫਿਸ਼ੀਅਲ ਚੀਜ਼ ਹਮੇਸ਼ਾ ਡੀਕੰਪੋਜ਼ ਹੋਣ ਨੂੰ ਟਾਈਮ ਲਾਉਂਦੀ ਹੈ। ਆਪਣੀ ਤਿਆਰ ਕੀਤੀ ਹੈ ਜਿਹੜੀ ਨੇਚਰ ਦੀ ਹੁੰਦੀ ਹੈ, ਨੇਚਰ ਨੇ ਤਾਂ ਸਿਸਟਮ ਹੀ ਐਵੇਂ ਦਾ ਬਣਾਇਆ ਕਿ ਆਪੇ ਚੀਜ਼ ਬਣੀ ਅਤੇ ਆਪੇ ਹੀ ਉਹਨੂੰ ਖਤਮ ਕਰ ਲਿਆ ਜਾਂਦਾ। ਦੇਖੋ ਦੋਨੋਂ ਵੈਸੇ ਦੇਖੋ ਵੂਲਨ ਕਲੋਥ ਤਾਂ ਇੱਥੇ ਆਪਸ਼ਨ ਨਹੀਂ ਆਏਗੀ, ਜਿਹੜੀ ਵੂਲਨ ਕਲੋਥ ਹੈ ਇਹ ਜਲਦੀ ਡੀਕੰਪੋਜ਼ ਹੋ ਜਾਣਗੇ। ਗੱਲ ਆ ਗਈ ਮੈਟਲ ਕੈਨ ਅਤੇ ਪਲਾਸਟਿਕ ਬੈਗ। ਦੇਖੋ ਇਹਦੇ 'ਚ ਨਾ ਥੋੜ੍ਹੀ ਕਨਫਿਊਜ਼ਨ ਸੀ, ਬਟ ਜੋ ਮੇਰੇ ਅਕੋਰਡਿੰਗ ਆਨਸਰ ਆਏਗਾ ਜੀ ਉਹ ਆਏਗਾ ਜੀ ਪਲਾਸਟਿਕ ਬੈਗਸ। ਪਲਾਸਟਿਕ ਬੈਗਸ ਨੇ ਜਿਹੜੇ 500 ਸਾਲ ਜਾਂ 500 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਲੈ ਜਾਂਦੇ ਨੇ ਡੀਕੰਪੋਜ਼ ਹੋਣ ਲੱਗੇ। ਠੀਕ ਹੈ ਜੀ, ਚਲਦੇ ਹਾਂ ਅੱਗੇ। ਕਹਿੰਦੇ ਦ ਗ੍ਰੀਨ ਕੋਟਿੰਗ ਔਨ ਕਾਪਰ ਵੈਸਲ। ਦੇਖੋ ਅਗਰ ਤੁਹਾਡੇ ਘਰੇ ਕੋਈ ਤਾਂਬੇ ਦਾ ਭਾਂਡਾ ਹੈ, ਤਾਂਬੇ ਦੇ ਭਾਂਡੇ ਉੱਪਰ ਅਕਸਰ ਹਰੇ ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਮੇਜਰਲੀ ਤਾਂ ਉਹ ਪਰਤ ਹੁੰਦੀ ਹੈ ਜੀ ਕਾਪਰ ਕਾਰਬੋਨੇਟ ਦੀ, ਇਹਦੇ ਨਾਲ ਹੋਰ ਕੀ ਹੁੰਦਾ ਜੀ ਕਾਪਰ ਹਾਈਡਰੋਕਸਾਈਡ। ਠੀਕ ਹੈ ਜੀ, ਸਿੰਪਲ ਯਾਦ ਰੱਖਣ ਵਾਲੀ ਗੱਲ ਹੈ ਤਾਂ ਯਾਦ ਰੱਖਣੀ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਬਿਟਿਊਮਨ ਅ ਪੈਟਰੋਲੀਅਮ ਪ੍ਰੋਡਕਟ ਇਜ਼ ਯੂਜ਼ਡ ਇਨ। ਇੱਕ ਚੀਜ਼ ਹੁੰਦੀ ਹੈ ਜੀ ਬਿਟਿਊਮਨ, ਇਹ ਕਿਹਦੇ ਵਿੱਚ ਯੂਜ਼ ਹੁੰਦਾ? ਦੇਖੋ ਰੋਡ ਸਰਫੇਸਿੰਗ ਅਤੇ ਪੇਂਟਸ, ਮੈਂ ਤੁਹਾਨੂੰ ਦੱਸਦਾ ਇਹ ਦੋਨਾਂ ਵਿੱਚ ਹੀ ਯੂਜ਼ ਹੁੰਦਾ। ਸਿੰਪਲ ਆਈ ਥਿੰਕ ਕਲਾਸ 8th ਦੇ ਵਿੱਚ ਇੱਕ ਚੈਪਟਰ ਵਿੱਚ ਇਹਦਾ ਨਾਮ ਆਉਂਦਾ, ਯਾਦ ਰੱਖਣਾ। ਰੋਡ ਸਰਫੇਸਿੰਗ ਅਤੇ ਪੇਂਟਸ ਦੋਨਾਂ ਵਿੱਚ ਇਹਨੂੰ ਵਰਤਿਆ ਜਾਂਦਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦ ਫੋਲੋਇੰਗ ਇਜ਼ ਐਗਜ਼ਾਮਪਲ ਆਫ ਰੋਟੇਟਰੀ ਮੋਸ਼ਨ। ਰੋਟੇਟਰੀ ਮੋਸ਼ਨ ਦਾ ਦੇਖੋ ਦੋ ਤਰ੍ਹਾਂ ਦੇ ਮੋਸ਼ਨ ਹੁੰਦੇ ਨੇ, ਇੱਕ ਹੁੰਦਾ ਰੋਟੇਟ ਹੋਣਾ ਮਤਲਬ ਆਪਣੀ ਧੁਰੀ 'ਤੇ ਘੁੰਮਣਾ, ਇੱਕ ਹੁੰਦਾ ਰੈਵੋਲਿਊਸ਼ਨ। ਠੀਕ ਹੈ, ਨਹੀਂ ਸੌਰੀ ਰਿਵੋਲਵ ਕਰਨਾ ਮਤਲਬ ਕਿਸੇ ਚੀਜ਼ ਦੇ ਆਲੇ ਦੁਆਲੇ ਘੁੰਮਣਾ। ਹੁਣ ਦੇਖੋ ਸਾਰੇ ਆਪਸ਼ਨ ਤੁਸੀਂ ਇੱਕ ਵਾਰ ਖੁਦ ਰੀਡ ਕਰਕੇ ਵੇਖਿਓ। ਸਪਿਨਿੰਗ ਟੋਪ ਮਤਲਬ ਕੀ ਹੁੰਦਾ? ਲਾਟੂ ਆਪਣੀ ਧੁਰੀ 'ਤੇ ਹੀ ਘੁੰਮਦਾ। ਠੀਕ ਹੈ ਜੀ, ਹੁਣ ਜਿਵੇਂ ਆਪਸ਼ਨ ਇੱਥੇ ਅ ਬੋਏ ਪਲੇਇੰਗ ਇਨ ਜਾਇੰਟ ਵੀਲ ਮਤਲਬ ਵੱਡੇ ਜੇ ਇੱਕ ਜਿਹੜਾ ਝੂਲਾ ਹੁੰਦਾ ਉਹਦੇ ਵਿੱਚ ਬੱਚਾ ਖੇਡਦਾ। ਬੱਚਾ ਕੀ ਕਰ ਰਿਹਾ? ਰਿਵੋਲਵ ਕਰ ਰਿਹਾ। ਠੀਕ ਹੈ ਜੀ, ਇੱਧਰ ਪਲੈਨਟ ਵੀ ਕੀ ਕਰ ਰਿਹਾ? ਸਨ ਦੇ ਅਰਾਊਂਡ ਰਿਵੋਲਵ ਕਰ ਰਿਹਾ। ਜਿਹੜਾ ਬੋਬ ਸਵਿੰਗਿੰਗ ਐਂਡ ਪੈਂਡੂਲਮ ਜਿਹੜਾ ਹੁੰਦਾ ਜੀ, ਇਸ ਤਰ੍ਹਾਂ ਮੰਨ ਲਓ ਧਾਗੇ ਨਾਲ ਕੋਈ ਚੀਜ਼ ਲਟਕਾਤੀ, ਇੱਧਰ ਜਿਹੜਾ ਹਿਲਣਾ, ਇਹ ਵੀ ਮੋਸ਼ਨ ਨਹੀਂ ਹੈਗਾ ਇਹੋ ਜਿਹਾ ਰੋਟੇਟਰੀ। ਸੋ ਰੋਟੇਟਰੀ ਮੋਸ਼ਨ ਕਿਹੜਾ ਜੀ? ਸਪਿਨਿੰਗ ਟੋਪ। ਨੈਕਸਟ ਚਲਦੇ ਹਾਂ ਜੀ। ਦ ਐਂਪਲੀਟਿਊਡ ਆਫ ਦ ਸਾਊਂਡ ਵੇਵ ਡਿਸਾਈਡਸ। ਦੇਖੋ ਸਾਊਂਡ ਵੇਵ ਦਾ ਐਂਪਲੀਟਿਊਡ ਕੀ ਡਿਸਾਈਡ ਕਰਦਾ? ਸਾਊਂਡ ਵੇਵ ਦਾ ਐਂਪਲੀਟਿਊਡ ਡਿਸਾਈਡ ਕਰਦਾ ਜੀ ਲਾਊਡਨੈਸ। ਠੀਕ ਹੈ ਜੀ, ਜਿਹੜੀ ਲਾਊਡਨੈਸ ਹੁੰਦੀ ਹੈ ਐਂਪਲੀਟਿਊਡ ਦੇ ਸਕੁਏਅਰ ਮਤਲਬ ਉਹਨੂੰ ਜੇ ਖੁਦ ਨਾਲ ਹੀ ਗੁਣਾ ਕਰਦੀ ਹੈ, ਜਿਵੇਂ ਲਾਊਡਨੈਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਸਕੁਏਅਰ ਆਫ ਐਂਪਲੀਟਿਊਡ, ਇਹਨੂੰ ਇਸ ਤਰ੍ਹਾਂ ਬੋਲਿਆ ਜਾਂਦਾ। ਠੀਕ ਹੈ ਜੀ, ਹੁਣ ਇਸ ਗੱਲ ਨੂੰ ਜਾਣਨ ਲਈ ਵੈਸੇ ਤੁਹਾਨੂੰ ਪੂਰੀ ਡਿਟੇਲ 'ਚ ਪਹਿਲਾਂ ਤੋਂ ਹੀ ਨੌਲੇਜ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਬਟ ਚਲੋ ਆਪਾਂ ਇਸ ਵੇਲੇ ਕੀ ਕਰ ਰਹੇ ਹਾਂ, ਸਿਰਫ ਕੁਐਸਚਨਸ ਨੂੰ ਰਿਵਾਈਜ਼ ਕਰ ਰਹੇ ਹਾਂ। ਠੀਕ ਹੈ ਜੀ, ਸੋ ਮੈਂ ਜ਼ਿਆਦਾ ਇਹਦੀ ਡਿਟੇਲ ਨਹੀਂ ਦੱਸ ਰਿਹਾ।
चलते हैं जी अगे। कहते जी रीचार्जेबल टॉर्च लाइट यूजेस, कहते रीचार्जेबल टॉर्च लाइट विच किहड़ा सैल वरत्या जाता है? देखो इहदे विच वरत्या जाता जी निकल कैडमियम सैल। याद रखना है अपने कोल ना अलग अलग सैल हुंदे ने जिहड़े आपां घरां विच आम तौर ते वरतदे आ, ओह हुंदे ने नॉन रीचार्जेबल, वन टाइम यूज़, एक बार यूज़ करन तो बाद ओह वेस्ट हो जांदे ने, उन्हां नूं सੱਟ दित्ता जांदा है। एक हुंदे ने रीचार्जेबल, टॉर्च आंदी है, कैमरा विच सैल यूज़ हुंदे ने, उन्हूं आपां रीचार्ज कर सकदे आ। किहड़े हुंदे ने जी? ओह निकल कैडमियम सैल। चलते हैं जी अगे। कहते शेप ऑफ मिल्की वे गलैक्सी, मिल्की वे गलैक्सी मतलब मिल्की वे आकाश गंगा, तारिਆਂ ਦੇ बहुत ਵੱਡੇ समूह ਨੂੰ बोलिया जाता है आकाश गंगा। इनकी शेप ਕਿਹੜੀ? इनकी शेप ਹੁੰਦੀ है जी स्पाइरल, याद रखना है। चलते हैं जी अगे। वैसे तो दसदा अपनी सोलर सिस्टम की वीडियो अपने चैनल पर पाई हुई है जी PS टैट ते ETT दे EVS दोनों लिए इंपॉर्टेंट है, उन्होंने भी तुसी जाके देख सकते हो। नैक्सट आ गया जी अ फोटोग्राफिक कैमरा वर्क ऑन द फॉलोइंग फिनोमिना। देखो ज़्यादा दिमाग आप नहीं लाते, सिंपल जी गल करते हैं। कैमरे विच हुंदा लैंस, लैंस विचों जो कोई रे पास करती है उन्होंने बोलते हैं रीफ्रैक्शन। सो ये किंदे ते काम करता है? रीफ्रैक्शन। ठीक है जी। बाकी तुहानूं एक होर गल दसना चाहांगा, अपने चैनल ते एक डिटेल चैप्टर वाइज वीडियो पई हुई है, 4 घंटे की वो मैराथन है, चैप्टर वाइज एक बुक दे विचों क्वेश्चन करवाए हुए ने, बहुत चंगे क्वेश्चनस ने वो भी। सो उन्होंने भी तुसी जाके एक बार देख सकते हो। ठीक है जी। उनका लिंक मैं डिस्क्रिप्शन में पा दांगा, नहीं तो आई बटन के उपर दे दांगा। चलते हैं जी अगे। कहते ग्राफ्टिंग इज़ अ मैथड ऑफ, ग्राफ्टिंग की हुंदा? देखो ग्राफ्टिंग हुंदा जी एक हुंदी है वैजीटेटिव प्रोपेगेशन। वैजीटेटिव प्रोपेगेशन मतलब प्लांट नूं उगाना पर उनके किसी वैजीटेटिव पार्ट जिवें लीफ तो रूट तो उगा लेना। सो ग्राफ्टिंग की है जी? आर्टिफिशियल वैजीटेटिव प्रोपेगेशन का एक मैथड है। चलते हैं जी अगे। नैक्सट आ गए जी 3 टाइप्स ऑफ फर्टिलाइजर्स आर। कहते 3 प्रकार के फर्टिलाइजर्स किहड़े ने? ठीक है जी। तुहानूं दसना, देखो एक हुंदे ने फॉस्फेटिक, पोटैशिक ते नाइट्रोजनस। 3 चीज़ां हुंदियां मेन, नाइट्रोजन, फॉस्फोरस ते पोटैशियम। ठीक है जी। ये 3 टाइप के की आते हैं फर्टिलाइजर्स आते हैं, मतलब खादां आदियां ने। ठीक है जी। चलते हैं आगे। कहते विच ऑफ द फॉलोइंग इज़ नॉट ट्रू। देखो जिहड़े इहो ਜਿਹੇ क्वेश्चन होंगे ने हमेशा ना एक गल ते आंदे हो, नोट ते बहुत बच्चे कन्फ्यूज होंगे ने। ठीक है जी। बड़े बच्चे की करते हैं नोट नहीं देखते तो अपना सारा क्वेश्चन गलत हो जाता है। कहते लिविंग ऑर्गेनिज्म आर मेड अप ऑफ सैल। हाँ जी आप सैल तो बने हाँ, कोई दिक्कत नहीं। कहते जी द सैल इज़ द स्ट्रक्चरल यूनिट ऑफ लाइफ। देखो क्लास 8वीं भी आंदा है, 9वीं भी आंदा है। सैल इज़ स्ट्रक्चरल एंड फंक्शनल यूनिट। स्ट्रक्चरल मतलब ढांचे के रूप तो, फंक्शनल मतलब काम करने वाला सैल ही है। एक सैल जो आप सारे काम करते हैं। ठीक है जी। काम करन तो भावे आप खाना खाने आ, सैल भी खाना खाता है, आप साह लैंदे आ, सैल भी साह लैंदा है। ये सारे काम एक कल्ला सैल भी कर सकता है। सो इनू बोलिया जाता है स्ट्रक्चरल एंड फंक्शनल यूनिट ऑफ लाइफ। पर उन्होंने पूछा किहड़ी गल नहीं सही? देखो चौथी लाइन देखो जी, एग्जिस्टिंग सैल डू नॉट गिव राइज टू न्यू सैल। पुराने सैल तो नवे सैल नहीं बनते, ये गल बिल्कुल गलत है जी। पुराने सैलों तो ही नवे सैल बनते हैं। ठीक है जी। सो ऑप्शन हो जाएगी अपनी इत्थे सही ऑप्शन डी। नैक्सट आ गया जी इकोलॉजी इज़ द स्टडी ऑफ। इकोलॉजी किंदी स्टडी है जी? देखो 4 ऑप्शन ने, प्लांट दी, एनीमल दी। देखो प्लांट दी स्टडी हुंदी है अपने कोल बॉटनी, एनीमल दी स्टडी हुंदी है जूलॉजी। हैबिटेट, हैबिटेट का मतलब हुंदा है किहड़ा जीव कित्थे रहिंदा है। सो हाँ जी ये गल सही है जी, इकोलॉजी इस चीज़ की स्टडी है। नैक्सट क्वेश्चन वाल चलते हैं जी। आ गया अ वैस्कुलर बंडल कंसिस्ट ऑफ। वैस्कुलर बंडल की हुंदा जी? देखो पौधे दे सेंटर दे विच समझ लो पाइपां वर्गा स्ट्रक्चर हुंदा है। ठीक है जी। उहदे च हुंदा जाइलम ते फ्लोएम। जाइलम कंडक्ट करता है जी वाटर ते फ्लोएम कंडक्ट करता है जी फूड। ठीक है जी। सो ऑप्शन बन जाएगा सी। वैस्कुलर बंडल विच की हुंदा जी जाइलम एंड फ्लोएम। याद रखिया जी, जाइलम फॉर वाटर ते फ्लोएम फॉर फूड। चलते हैं जी अगे। कहते विच ब्लड ग्रुप टर्म्ड एज यूनीवर्सल रेसिपिएंट। रेसिपिएंट का मतलब है जी जो हर तरह का खून रिसीव कर सकता है। आंसर आएगा जी ए बी। जिहड़ा ए बी बंदा है ठीक है जी वो किसी भी कोलों खून लै सकता है। तो एक क्वेश्चन होर आंदा इत्थे यूनीवर्सल डोनर। डोनर कौन हुंदा जी? डोनर है जी ब्लड ग्रुप ओ। जिहड़ा ओ ब्लड ग्रुप है वो हर किसी नूं ब्लड डोनेट कर सकता है। ठीक है जी। चलते हैं आगे। कहते क्वेश्चन देखो जी रिपीट होया क्वेश्चन, रोड्स एंड कॉन्स आर सेंसिटिव टू। देखो
गल अख दी कीती, गल सेम कीती बट क्वेश्चन नूं पुछण दा तरीका बदल दिता। देखो कहंदे रोड ते कौन, आपां पढ़े सी अख विच ने सैल, ते अख दा काम की है चीज़ां नूं देखना। सो आंसर आ जाएगा ये सेंसिटिव ने साइट लई, साइट मतलब नज़र लई। ठीक है जी, चलते हैं अगले क्वेश्चन वाल। विच अमंग द फॉलोइंग हैज़ लारजेस्ट सरफेस एरिया, सब तो वड्डा सरफेस एरिया किंदा है? सिंपल याद रखना है। तुसीं बहुत सारियां ऐड देखदे हो, फेस वॉश आंदे ने एक्टिवेटेड चारकोल। वो क्यों आंदे ने जी? एक्टिवेटेड चारकोल एक्चुअली हुंदा एक एडजॉर्बेंट, ये अपने उपर गंदगी नूं एडजॉर्ब कर लैंदा है। ठीक है जी, सो ऑप्शन आ जाएगी जी एक्टिवेटेड चारकोल। चलते हैं आगे। कहते ऑन इलैक्ट्रोलिसिस विच ऑफ द फॉलोइंग इलैक्ट्रोलाइट विल गिव हाइड्रोजन एट कैथोड। देखो कैथोड ते हाइड्रोजन कौन देगा? हुण देखो कैथोड की हुंदा है, वो इलैक्ट्रोड जिथे कैटायन आए, कैटायन कौन हुंदा? पॉजिटिव। देखो पॉजिटिव कित्थे जाएगा? नैगेटिव ते। ठीक है जी, इनका चलो मैं आंसर दसदा। इनका आंसर हुंदा जी सोडियम क्लोराइड सॉल्यूशन। सोडियम क्लोराइड विच की हुंदा जी? नमक नूं पानी च घोलो, उहदे च जदों बिजली पास करावांगे एक पासों निकलेगी हाइड्रोजन गैस, वो निकलेगी कैथोड तो, क्लोरीन गैस निकलेगी एनोड तो, ते विच जिहड़ा सॉल्यूशन बच जाएगा वो होएगा जी सोडियम हाइड्रो ऑक्साइड दा। ठीक है जी, चलते हैं अपने अगले क्वेश्चन वाल। कहते विच ए ऑफ द फॉलोइंग मैटल्स कैन बी प्योरीफाइड बाय डिस्टिलेशन। डिस्टिलेशन हुंदा जी किसी चीज़ नूं उबालो, उनके वेपर बनणगे, उन्होंने दोबारा ठंडा कर लो। ठीक है जी, इस चीज़ नूं कीता जा सकता है जिहड़ी चीज़ लिक्विड होवे। सो ये मैटल है जिहड़ा मरकरी, ये लिक्विड फॉर्म च पाया जाता है। ठीक है जी, तरल दे रूप च मिलता है। आंसर आ जाएगा जी मरकरी। चलते हैं नेक्स्ट क्वेश्चन वाल। विच ऑफ द फॉलोइंग इज़ नॉट अ कैमिकल चेंज। फिर आ गया जी क्वेश्चन, कहते किहड़ा इन्हां विचों कैमिकल चेंज नहीं है। देखो रस्टिंग ऑफ आयरन, जंगाल नवीं चीज़ बनेगी, फूड आपां पहलां भी पढ़िया सी नवीं चीज़ बनेगी, फर्मेंटेशन नवीं चीज़ बनेगी। आंसर आ जाएगी फ्रीजिंग पॉइंट ऑफ वाटर। इन्होंने पॉइंट लिखा, लिखना चाहिए सी फ्रीजिंग ऑफ वाटर। देखो पानी का जमना, जो पानी जम भी गया बर्फ़ बन गई, है तो फिर भी पानी ना। सो आंसर आ जाएगा जी ऑप्शन डी। चलते हैं जी अगे। कहते द फॉलोइंग रिएक्शन इज़ यूज्ड फॉर प्रैपरेशन ऑफ ऑक्सीजन। हाँ जी, ये रिएक्शन है जी KClO3 नूं हीट किया जाता है तो की बनता है KCl ते O2। इनू बोलते हैं जी डीकंपोजिशन रिएक्शन। ठीक है जी, तो तुहानूं दस रहा एरो के उपर लिखा होया हीट, इनका मतलब जदों हीट दांगे तो ये रिएक्शन होएगी। सो इत्थे ऑप्शन आ जाएगी ए ही। इट इज़ अ डीकंपोजिशन रिएक्शन टेक्स प्लेस वैन हीट इज़ सप्लाइड। जदों KClO3 नूं हीट करांगे तो की निकलेगी जी अपने कोल ऑक्सीजन गैस निकलेगी। इनू बोलते हैं इस तरह की रिएक्शन नूं डीकंपोजिशन रिएक्शन। जे इस तरह के तुसीं होर क्वेश्चन करने ने अपनी वो 4 घंटे वाली जी वीडियो है उसनूं भी जरूर देखियो। उहदे विच ये सारे चैप्टर वाइज 9 10th के सारे चैप्टर वाइज क्वेश्चन आंसर करवाए हुए हैं। नेक्स्ट जी, ग्लास इज़ मेड फ्रॉम मोल्टन इनग्रीडियंट्स मेनली मेड अप ऑफ सिलिका एंड सैंड। देखो जिहड़ा शीशा बनाया जाता है जी, सिलिका कढ़िया जाता सैंड विचों, उहदे तो बनता है। इनू बोलते हैं सुपर कूल्ड लिक्विड। जिहड़ा अपना शीशा होंदा है इन्हों बोलिया जाता जी सुपर कूल्ड लिक्विड। ठीक है जी, तो एक मैं रिक्वेस्ट करांगा अगर तुहानूं वीडियो चंगी लग रही है तो तुसीं अपने दोस्तां मित्रां नाल शेयर कर सकते हो ताकि वो सारे भी इस तो पढ़ सकन, ते साडे चैनल नूं भी तुसीं सबसक्राइब कर सकते हो। चलते हैं जी अगे। कहते विद विच ऑफ द फॉलोइंग एलीमेंट विल हाइड्रोजन रिएक्ट टू गिव अ गैस दैट स्मैल लाइक रोटन एग। देखो केड़ी कहते किंदे नाल ऑक्सीजन रिएक्ट हाइड्रोजन रिएक्ट करे तो गैस आवे सड़े हुए अंडियां वर्गी। याद रखिया जी सल्फर। जिहड़े बच्चे साइंस दे होणगे उन्हां नूं पता होएगा जो लैब च एक्सपैरीमेंट करीदा सी, एक गैस बनदी सी H2S। इनकी स्मैल बहुत ज़्यादा गंदी होंदी है। ठीक है जी, सल्फर। चलते हैं जी अगे। नैक्सट क्वेश्चन आ गया जी, कहते द एलीमेंट प्रेजेंट इन क्विकलाइम। क्विकलाइम हुंदा जी कैल्शियम ऑक्साइड। सो दो ही चीज़ां प्रेजेंट ने, कैल्शियम अते ऑक्सीजन। ऑप्शन बन जाएगी ए। एक वर्ड आंदा जी स्लेक्ड लाइम। स्लेक्ड लाइम की हुंदा जदों इहदे विच आपां पानी मिक्स कर दईदा, ये बन जांदा CaOH ट्वाइस। सो जे स्लेक्ड लाइम पुछ ले ये आंसर आना, क्विक लाइम पुछया तो अपने कोल कैल्शियम ऑक्साइड। सिंपल। चलते हैं जी अगे। मोल कंसैप्ट चो क्वेश्चन आ गया। हुण इनू मैं इत्थे ज़्यादा डिटेल च तुहानूं नहीं दस सकदा, पर इनू करन दा तरीका दस देना। कहंदे जी ऑक्सीजन गैस विच नंबर ऑफ मोल पुछे ने 12 ग्राम विच किन्ने होणगे। इहदा फॉर्मूला हुंदा है सिंपल, नंबर ऑफ मोल किंदे बराबर हुंदे ने गिवन मास डिवाइडेड बाय मोलीक्यूलर मास।
ठीक है जी। हुण गिवन मास कितना दिता 12, मॉलिक्यूलर मास ऑक्सीजन का मास हुंदा जी देखो कल्ली ऑक्सीजन का हुंदा 16, इत्थे गैस है ऑक्सीजन हुंदी O2 के रूप में। सो इत्थे आंसर आएगा जी आंसर सॉरी कह रहा मॉलिक्यूलर मास आएगा 32। इन्हां नूं जदों डिवाइड कर दांगे ये अपने कोल आंसर नीयरली आ जाएगा 0.375 मोल्स। ठीक है जी। चलते हैं अगे। कहते रदरफोर्ड्स अल्फा पार्टिकल ਸਕੈਟਰਿੰਗ एक्सपैरीमेंट वॉज रिस्पॉन्सिबल फॉर। क्लास 9वीं का क्वेश्चन है। रदरफोर्ड जी सी इन्होंने एक एक्सपैरीमेंट किया। अल्फा पार्टिकल की होंगे ने हीलीयम 2 पॉजिटिव के पार्टिकल होंगे ने। इन्हों के एक्सपैरीमेंट तो की डिस्कवरी हुई सी? इन्हों के एक्सपैरीमेंट तो डिस्कवरी हुई सी जी एटोमिक न्यूक्लीयस की, जिहड़ा एटम दे विच न्यूक्लीयस हुंदा है रदरफोर्ड जी ने की कीता सी जी डिस्कवर कीता सी। आपां पहलां गल करके आए सी हुणे उपर क्वेश्चन विच द मैटल विच एग्जिस्ट इन लिक्विड स्टेट। उपर मैं तुहानूं दस चुकिया, सो इहदा मैं आंसर नहीं दस सकदा। ठीक है जी, क्योंकि जे तुसीं उपर सुनिया तुहानूं आंसर पता होएगा, खुद अटैम्प्ट करो जी इस क्वेश्चन नूं। चलदे हां जी अगे। नैक्सट आ गया जी इन कोवैलेंट बॉन्ड। देखो कोवैलेंट बॉन्ड जिहड़े अपने एटम्स हुंदे ने अलग अलग प्रकार के बॉन्ड बनाते हैं। बॉन्ड मतलब आपस च जुड़ते हैं। ठीक है जी। दो टाइप की बॉन्ड होंदी है, एक होंदी कोवैलेंट, एक होंदी आयोनिक। कोवैलेंट होंदी है बराबर इलैक्ट्रॉन शेयर करके। सो सारिया ऑप्शनों एक बार खुद रीड करके देखो, अपने को आंसर आ जाए जी ईक्वल शेयरिंग ऑफ इलैक्ट्रॉन टेक्स प्लेस बिटवीन टू एटम। जदों दो एटम बराबर के इलैक्ट्रॉन शेयर करनगे उस बॉन्ड नूं बोलते हैं कोवैलेंट। एक होंदी है आयोनिक बॉन्ड। आयोनिक बॉन्ड उदों बनती है जदों एक एटम पूरी तरह इलैक्ट्रॉन डोनेट करे, दूसरा पूरी तरह उन्होंने असैप्ट करे, उन्होंने बोलते हैं जी आयोनिक बॉन्ड। चलते हैं आगे। कहते द नंबर ऑफ कार्बन कंपाउंड इज़ वैरी लार्ज बिकॉज। कहते कार्बन के कंपाउंड बहुत ज़्यादा होंगे ने, क्यों? देखो तुहानूं गल दसदा, दो कारण ने। कार्बन इज टैट्रावैलेंट, ये भी कारण है, तो दूसरा है जी कार्बन हैज़ स्ट्रोंग कैटीनेशन प्रॉपर्टी। कैटीनेशन प्रॉपर्टी का मतलब होंदा सैल्फ लिंकिंग। कार्बन की करता है जी अपने नाल ही बहुत लंबियां लंबियां चेन्स बनाता है। ठीक है जी। सो मेन प्रॉपर्टी आ कैटीनेशन वाली है। वैसे उपर वाली भी अगर ये ना होंदी, उपर वाली होंदी तां भी आपां इहदा आंसर फिर लगा देना सी ऑप्शन ए। बट जे ऑप्शन डी प्रेजेंट है तो आपां प्रैफरेंस देवांगे ऑप्शन डी नूं। चलते हैं जी अगे। कहते इस द स्ट्रेंथ ऑफ एन एसिड डिपेंड अपॉन। केड़ा तेजाब कितना तेज है किमें पता लगता है? सिंपल जी गल याद रखनी है जी। देखो तेजाब पता चलता है जदों पानी दे विच टुटेगा। जिवें एक तेजाब की गल करदा HCl, पानी दे विच लै जाओ ये टुट जाएगा जी H पॉजिटिव प्लस Cl नैगेटिव विच। ठीक है जी। सो इत्थे देखो कहते कंसनट्रेशन ऑफ हाइड्रोजन आयन फर्निश्ड बाय एसिड ऑन आयोनाइजेशन। जदों एसिड पानी च टुटेगा, ठीक है जी, कितना ज़्यादा वो टुटदा है उन्ना ज़्यादा वो स्ट्रोंग होएगा। सो ऑप्शन आ जाएगी, आंसर आ जाएगा अपना ऑप्शन डी। चलते हैं जी अगे। हो सकता है वीडियो थोड़ी लंबी होवे, मैं थोड़ा तेज़ बोल रहा होवां क्योंकि 100 क्वेश्चन ने, 100 दे 100 आपां कंप्लीट करने ने। अगर किसी नूं वीडियो तेज़ लग रही है तो तुसीं स्लो करके देख लो, अगर किसी ने सारी चंगी तरह प्रैक्टिस की हुई है उन्होंने स्लो लग रही है तो तुसीं तेज़ करके देख सकते हो। ठीक है जी। चलते हैं आगे। कहते द कंसनट्रेशन ऑफ द सोल्यूशन कंटेनिंग 40 ग्राम ऑफ कॉमन सॉल्ट। 40 ग्राम अपने को नमक है, 320 ग्राम पानी च घोलिया। कहते जी इनकी दसो मास परसेंटेज। इनका फॉर्मूला होंदा जी जिन्ना सोल्यूट है, सोल्यूट मतलब जिहड़ी चीज़ घोलनी है बटा जिन्ना सोल्यूशन बनेगा टोटल नाल डिवाइड कर दो तो गुणा कर दो जी 100 नाल, क्योंकि कटना परसेंट। देखो तुसीं इहनूं खुद सॉल्व करके देखो। सोल्यूट है जी 40 तो सोलवेंट कितना, सोल्यूशन कितना बनेगा जी 40 प्लस 320 कितना हो जाएगा 360, क्योंकि ओवरऑल 40 ग्राम नमक ने भी तो पानी च घोल ही जाना ना। जो इनू सॉल्व करोगे ऑप्शन आ जाएगी अपने को 11.1%। ठीक है जी। चलते हैं आगे। नैक्सट आ गया जी कहते अ रे ऑफ लाइट ट्रैवलिंग इन ग्लास। एक कोई किरण है जी बिजली की, सॉरी कह रहा लाइट की, वो ग्लास दे विच शीशे विच ट्रैवल कर रही है। उन्होंने रिफ्रैक्टिव इंडैक्स लिखता जी 1.52। वो पानी विच एंटर की, उनका रिफ्रैक्टिव इंडैक्स है जी 1.33। वो रे की करेगी? पहला एक गल दसदा, जदों भी लाइट की रे आवे तो मीडियम बदल जाए तो वो हो जाती है बैंड। हुण बैंड होने के होंगे ने दो तरीके। देखो आ मान लो मीडियम है, एक इनू बोलते हैं नॉर्मल, 90 डिग्री के एंगल में बोलते हैं नॉर्मल। हुण इत्थे देखो जी रे ऑफ लाइट आई, रे ऑफ लाइट आई अगर तो जिहड़ा नीचे वाला मीडियम है इहदे नालों डेंसर है, डेंसर मतलब कि उनका रिफ्रैक्टिव इंडैक्स ज़्यादा है तो ये अंदर नूं बैंड कर जाएगी नॉर्मल वाल। जे वो डेंसर नहीं हैगा, लाइटर है, ठीक है जी, रेयरर है, वो कर जाएगी
ਅਵੇ ਫਰੋਮ ਨਾਰਮਲ। ਹੁਣ ਦੇਖੋ ਰੇ ਆ ਰਹੀ ਹੈ ਜ਼ਿਆਦਾ ਰਿਫਰੈਕਟਿਵ ਇੰਡੈਕਸ ਤੋਂ, ਜਾ ਰਹੀ ਹੈ ਘੱਟ ਰਿਫਰੈਕਟਿਵ ਇੰਡੈਕਸ ਵਿੱਚ, ਸੋ ਇਹ ਕੀ ਕਰੇਗੀ ਜੀ, ਇਹ ਕਰੇਗੀ ਬੈਂਡ ਅਵੇ ਫਰੋਮ ਦ ਨਾਰਮਲ। ਠੀਕ ਹੈ ਜੀ। ਇਹ ਜਿਹੜੇ ਫਿਜ਼ਿਕਸ ਦੇ ਕੁਐਸਚਨ ਹੁੰਦੇ ਨੇ ਇਹਨਾਂ ਲਈ ਆਪਾਂ ਨੂੰ ਪਹਿਲਾਂ ਤੋਂ ਕੁਝ ਡਿਟੇਲ ਪਤਾ ਹੋਣੀ ਚਾਹੀਦੀ ਹੈ। ਸੋ ਜੇ ਤੁਹਾਨੂੰ ਇਹ ਨਹੀਂ ਸਮਝ ਆਇਆ ਤਾਂ ਇਹਦੇ ਲਈ ਮੈਂ ਮਾफ़ੀ ਚਾਹੁੰਦਾ। ਬਾਕੀ ਇਹਦੇ ਲਈ ਤੁਸੀਂ ਸਾਡੀਆਂ ਜਿਹੜੀਆਂ ਡਿਟੇਲ ਵੀਡੀਓ ਨੇ ਉਹ ਦੇਖ ਸਕਦੇ ਹੋ, ਉਹਦੇ ਵਿੱਚ ਸਾਰੇ ਕੁਐਸਚਨ ਥੋੜ੍ਹੇ ਡੈਪਥ ਵਿੱਚ ਡਿਸਕਸ ਕੀਤੇ ਹੋਏ ਨੇ। ਚਲਦੇ ਹਾਂ ਜੀ ਅੱਗੇ। ਕਹਿੰਦੇ which of the following statement is correct for circuit having series combination। ਦੇਖੋ ਆਪਣੇ ਕੋਲ ਕੋਈ ਵੀ ਜਦੋਂ ਸਰਕਿਟ ਹੋਵੇ ਆਪਾਂ ਸਰਕਿਟ ਦੋ ਤਰੀਕੇ ਨਾਲ ਬਣਾਉਂਦੇ ਹਾਂ ਜੀ, ਸੀਰੀਜ਼ ਵਿੱਚ ਤੇ ਪੈਰਲਲ ਵਿੱਚ। ਮੈਂ ਇੱਕ ਗੱਲ ਦੱਸਣਾ, ਦੇਖੋ ਸੀਰੀਜ਼ ਵਿੱਚ ਕਰੰਟ ਰਹਿੰਦਾ ਜੀ ਸੇਮ, ਹਮੇਸ਼ਾ ਕਰੰਟ ਕੀ ਰਹੇਗਾ, ਸੇਮ। ਤੇ ਪੈਰਲਲ ਵਿੱਚ ਯਾਦ ਰੱਖਣਾ ਹੈ ਵੋਲਟੇਜ ਰਹਿੰਦੀ ਸੇਮ। ਪੈਰਲਲ 'ਚ ਕੀ ਰਹਿੰਦੀ ਹੈ ਜੀ, ਵੋਲਟੇਜ ਸੇਮ। ਸੋ ਇਹ ਦੋ ਗੱਲਾਂ ਨੂੰ ਦੇਖਦੇ ਹੋਏ ਆਪਾਂ ਆਪਸ਼ਨ ਦੇਖਦੇ ਹਾਂ। ਕਹਿੰਦੇ ਜੀ ਕਰੰਟ ਐਂਡ ਵੋਲਟੇਜ ਬੋਥ ਡਿਵਾਈਡ ਨਹੀਂ ਹੁੰਦੇ ਜੀ। ਕਹਿੰਦੇ ਵੋਲਟੇਜ ਇਜ਼ ਸੇਮ ਅਕਰੋਸ ਦ ਰਜਿਸਟਰ ਐਂਡ ਕਰੰਟ ਡਿਵਾਈਡ ਨਹੀਂ। ਸੀਰੀਜ਼ ਹੈ ਨਾ, ਕਰੰਟ ਡਿਵਾਈਡ ਕਰੇਗਾ ਜੀ। ਠੀਕ ਹੈ, ਕਰੰਟ ਸੇਮ ਰਹੇਗਾ, ਵੋਲਟੇਜ ਡਿਵਾਈਡ ਕਰੇਗੀ। ਨੈਕਸਟ ਆਪਸ਼ਨ ਦੇਖਦੇ ਹਾਂ ਜੀ। ਕਹਿੰਦੇ ਕਰੰਟ ਇਜ਼ ਸੇਮ ਐਂਡ ਵੋਲਟੇਜ ਇਜ਼ ਡਿਵਾਈਡ ਬਿਟਵੀਨ ਦ ਰਜਿਸਟਰ। ਸੋ ਆਪਣਾ ਆਨਸਰ ਆ ਜਾਏਗਾ ਜੀ ਆਪਸ਼ਨ ਸੀ। ਚਲਦੇ ਹਾਂ ਜੀ ਆਪਣੇ ਨੈਕਸਟ ਕੁਐਸਚਨ ਵੱਲ। ਅੱਗੇ ਆ ਗਿਆ। ਕਹਿੰਦੇ ਅ ਪਰਸਨ ਯੂਜ਼ਿਜ਼ ਕਨਕੇਵ ਮਿਰਰ। ਦੋ ਤਰ੍ਹਾਂ ਦੇ ਮਿਰਰ ਹੁੰਦੇ ਨੇ ਜੀ, ਕਨਕੇਵ, ਕਨਵੈਕਸ ਫੋਰ ਸ਼ੇਵਿੰਗ। ਦੇਖੋ ਸ਼ੇਵਿੰਗ ਲਈ ਜਿਹੜਾ ਮਿਰਰ ਵਰਤਿਆ ਜਾਂਦਾ ਐਵੇਂ ਦਾ ਜਿਹਦੇ ਵਿੱਚ ਆਪਣੀ ਸ਼ਕਲ ਥੋੜ੍ਹੀ ਜਿਹੀ ਵੱਡੀ ਦਿਖੇ, ਐਨਲਾਰਜ ਦਿਖੇ। ਕਨਕੇਵ ਮਿਰਰ ਹੈ ਜੀ, ਸਿਰਫ ਇਹਦੇ ਵਿੱਚ ਆਪਣੀ ਸ਼ਕਲ ਹੈ ਜਿਹੜੀ ਥੋੜ੍ਹੀ ਵੱਡੀ ਦਿਸ ਸਕਦੀ ਹੈ, ਇਮੇਜ ਵੱਡੀ ਬਣਦੀ ਹੈ। ਇਹਦੀ ਪੋਜੀਸ਼ਨ ਕੀ ਹੋਏਗੀ, ਦੇਖੋ ਇਸ ਤਰ੍ਹਾਂ ਆਪਣੇ ਕੋਲ ਇਹ ਪ੍ਰਿੰਸੀਪਲ ਐਕਸਿਸ ਹੁੰਦੀ ਹੈ, ਇਹ ਆਪਣੇ ਕੋਲ ਮਿਰਰ ਆ ਗਿਆ। ਮਿਰਰ ਦਾ ਇੱਕ ਪੁਆਇੰਟ ਹੁੰਦਾ ਐਫ ਫੋਕਸ ਜਿਹਨੂੰ ਬੋਲਦੇ ਆ, ਇੱਕ ਹੁੰਦਾ ਸੀ ਸੈਂਟਰ ਆਫ ਕਰਵੇਚਰ। ਜਦੋਂ ਆਬਜੈਕਟ ਨੂੰ ਰੱਖਿਆ ਜਾਂਦਾ ਫੋਕਸ ਤੇ ਜਾਂ ਪੋਲ ਦੇ ਵਿਚਕਾਰ, ਉਦੋਂ ਇਮੇਜ ਇੱਧਰ ਵਾਲੇ ਪਾਸੇ ਵੱਡੀ ਬਣਦੀ ਹੈ। ਠੀਕ ਹੈ ਜੀ। ਸੋ ਆਨਸਰ ਆ ਜਾਏਗਾ ਬਿਟਵੀਨ ਪੋਲ ਐਂਡ ਫੋਕਸ। ਠੀਕ ਹੈ ਜੀ। ਚਲਦੇ ਹਾਂ ਅੱਗੇ। ਨੈਕਸਟ ਆ ਗਿਆ ਜੀ ਅ ਟੀਵੀ ਸੈੱਟ ਪਿਕਚਰ ਟਿਊਬ ਐਮਿਟ ਬੀਮ ਆਫ ਇਲੈਕਟ੍ਰੋਨ। ਕਹਿੰਦੇ ਇੱਕ ਟੀਵੀ ਦੀ ਪਿਕਚਰ ਜਿਹੜੀ ਟਿਊਬ ਹੈ ਉਹਦੇ ਵਿੱਚੋਂ ਇਲੈਕਟ੍ਰੋਨ ਨਿਕਲ ਰਹੇ ਨੇ। ਕਹਿੰਦੇ ਉਸ ਬੀਮ ਵਿੱਚ ਜਿਹੜਾ ਕਰੰਟ ਹੈ ਕਿੰਨਾ ਜੀ, 10 ਮਿਲੀ ਅੰਪੇਅਰ। ਕਹਿੰਦੇ ਉਹਦੇ ਵਿੱਚ ਕਿੰਨੇ ਇਲੈਕਟ੍ਰੋਨ ਜਿਹੜੇ ਟੀਵੀ ਦੀ ਸਕਰੀਨ ਤੇ ਐਵਰੀ ਸੈਕਿੰਡ ਕੀ ਕਰਨਗੇ, ਸਟਰਾਈਕ ਕਰਨਗੇ। ਦੇਖੋ ਸਿੰਪਲ ਦੱਸਦਾ। ਕਹਿੰਦੇ ਕਰੰਟ ਦਾ ਫਾਰਮੂਲਾ ਕੀ ਹੁੰਦਾ ਜੀ, ਕਰੰਟ ਦਾ ਫਾਰਮੂਲਾ ਹੁੰਦਾ I ਇਜ਼ ਇਕੁਅਲ ਟੂ ਕਿਊ ਅਪੋਨ ਟੀ। ਕਿਊ ਕੀ ਹੁੰਦਾ ਜੀ ਆਪਣੇ ਕੋਲ ਟੋਟਲ ਚਾਰਜ, ਟੀ ਕੀ ਹੁੰਦਾ ਜੀ ਟਾਈਮ। ਠੀਕ ਹੈ ਜੀ। ਹੁਣ ਉਹਨਾਂ ਨੇ ਐਵਰੀ ਸੈਕਿੰਡ ਕਹਿਤਾ, ਮਤਲਬ ਟਾਈਮ 1 ਸੈਕਿੰਡ ਹੋ ਗਿਆ। ਇੱਥੇ ਆਪਾਂ ਨੂੰ ਕਰੰਟ ਦਿੱਤਾ ਜੀ, ਕਿਊ ਹੋ ਗਿਆ ਚਾਰਜ। ਚਾਰਜ ਦਾ ਜੇ ਅੱਗੇ ਮੈਂ ਫਾਰਮੂਲਾ ਖੋਲ੍ਹਦਾ, ਇਹ ਹੁੰਦਾ ਜੀ N ਇੰਟੂ E। ਠੀਕ ਹੈ ਜੀ। N ਹੁੰਦਾ ਨੰਬਰ ਆਫ ਇਲੈਕਟ੍ਰੋਨ ਤੇ E ਹੁੰਦਾ ਚਾਰਜ ਔਨ 1 ਇਲੈਕਟ੍ਰੋਨ। ਦੇਖੋ ਆਪਾਂ ਨੂੰ I ਪਤਾ ਚੱਲ ਗਿਆ, ਆਪਾਂ ਨੂੰ T ਟਾਈਮ ਪਤਾ ਚੱਲ ਗਿਆ, ਇੱਕ ਇਲੈਕਟ੍ਰੋਨ ਤੇ ਕਿੰਨਾ ਚਾਰਜ ਹੁੰਦਾ ਇਹ ਆਪਾਂ ਨੂੰ ਪਤਾ। ਇਹ ਵੈਲਿਊ ਹੁੰਦੀ ਯਾਦ ਰੱਖਣੀ 1.6 ਇੰਟੂ 10⁻⁻19। ਸੌਰੀ ਆ ਥਰਡ ਸੀ ਆਪਸ਼ਨ 'ਚ ਲਿਖੀ ਹੋਈ ਹੈ, ਇਹ ਹੈ ਇਲੈਕਟ੍ਰੋਨ ਦੀ ਵੈਲਿਊ। ਸੋ ਆਪਾਂ 4th N ਕੱਢ ਸਕਦੇ ਹਾਂ। ਜਦੋਂ ਤੁਸੀਂ ਇਹਨੂੰ ਸੋਲਵ ਕਰ ਲਓਗੇ, ਸੋਲਵ ਤੁਸੀਂ ਖੁਦ ਕਰਕੇ ਦੇਖਿਓ। ਮੈਂ ਐਕਚੁਅਲੀ ਫੋਨ 'ਤੇ ਕਰ ਰਿਹਾ ਅਤੇ ਮੈਂ ਇਹਦੇ 'ਤੇ ਸੋਲਵ ਨਹੀਂ ਕਰ ਪਾਵਾਂਗਾ, ਲਿਖਣਾ ਥੋੜ੍ਹਾ ਮੁਸ਼ਕਿਲ ਹੈ। ਇਹਦਾ ਆਨਸਰ ਬਣ ਜਾਏਗਾ ਜੀ ਆਪਸ਼ਨ A 5/8 ਮਲਟੀਪਲਾਈਡ ਬਾਏ 10⁻17 ਇਲੈਕਟ੍ਰੋਨ। ਚਲਦੇ ਹਾਂ ਜੀ ਅੱਗੇ। ਕਹਿੰਦੇ ਐਸਿਡ ਰੇਨ ਇਜ਼ ਮੇਡ ਅਪ ਆਫ। ਪੰਜਾਬ ਦੇ ਜਿੰਨੇ ਪੇਪਰ ਦੇਖੀਏ ਲਗਭਗ ਜਿੱਥੇ ਥੋੜ੍ਹੀ ਇਨਵਾਇਰਮੈਂਟ ਦੀ ਗੱਲ ਆ ਜਾਵੇ ਇਹ ਕੁਐਸਚਨ ਆਉਂਦਾ ਹੀ ਆਉਂਦਾ। ਵੈਰੀ ਇੰਪੋਰਟੈਂਟ। ਮੈਂ ਜਿੰਨਾ ਇੰਪੋਰਟੈਂਟ ਕਹਾਂ ਘੱਟ ਹੈ। ਪਿਛਲੀ ਵਾਰ ਪਟਵਾਰੀ ਦੇ ਪੇਪਰ 'ਚ ਤੁਸੀਂ PS ਟੈਟ 'ਚ ਦੇਖ ਲਓ। ਦੇਖੋ ਐਸਿਡ ਰੇਨ ਹੁੰਦੀ ਹੈ ਜੀ ਨਾਈਟ੍ਰੋਜਨ ਦੇ ਆਕਸਾਈਡ ਅਤੇ ਸਲਫਰ ਦੇ ਆਕਸਾਈਡ ਕਰਕੇ। ਸੋ ਆਪਸ਼ਨ ਆ ਜਾਏਗੀ ਜੀ ਆਪਸ਼ਨ C। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਨੀਤਾ ਪੁੱਟ 2-3 ਡ੍ਰੌਪਸ ਆਫ ਡਾਇਲਿਊਟ ਆਇਓਡੀਨ ਸੋਲਿਊਸ਼ਨ। ਕਹਿੰਦੇ ਆਇਓਡੀਨ ਸੋਲਿਊਸ਼ਨ ਦੀਆਂ 2-3 ਬੂੰਦਾਂ ਪਾਈਆਂ ਜੀ ਕਿਸੇ ਫੂਡ ਸੈਂਪਲ 'ਤੇ। ਠੀਕ ਹੈ ਜੀ। ਕਹਿੰਦੇ ਉਹ ਹੋ ਗਿਆ ਬਲੂ ਬਲੈਕ। ਕਲਾਸ 6ਵੀਂ ਦਾ ਕੁਐਸਚਨ ਹੈ। 6ਵੀਂ ਦੇ ਆਈ ਥਿੰਕ ਪਹਿਲੇ ਜਾਂ ਦੂਜੇ ਚੈਪਟਰ ਵਿੱਚ ਜਦੋਂ ਆਇਓਡੀਨ ਸੋਲਿਊਸ਼ਨ ਨੂੰ ਆਪਾਂ ਕਿਸੇ ਚੀਜ਼ 'ਤੇ ਪਾਈਏ ਉਹ ਹੋ ਜਾਵੇ ਬਲੂ ਬਲੈਕ, ਅਤੇ ਟੈਸਟ ਹੁੰਦਾ ਜੀ ਕਾਰਬੋਹਾਈਡਰੇਟ। ਅਤੇ ਕਾਰਬੋਹਾਈਡਰੇਟ 'ਚ ਵੀ ਪਰਟੀਕੂਲਰਲੀ ਮੈਂ ਗੱਲ ਕਰਾਂ ਤਾਂ ਹੁੰਦਾ ਜੀ ਸਟਾਰਚ ਦਾ। ਠੀਕ ਹੈ ਜੀ। ਆਲੂ ਵਿੱਚ ਬਹੁਤ ਜ਼ਿਆਦਾ ਸਟਾਰਚ ਹੁੰਦਾ। ਆਲੂ ਦਾ ਇਹ ਟੈਸਟ ਆਪਾਂ ਆਮ ਤੌਰ 'ਤੇ ਬੱਚਿਆਂ ਨੂੰ ਕਰਕੇ ਦਿਖਾਉਂਦੇ ਹਾਂ ਕਲਾਸ 6ਵੀਂ ਦਾ ਪਹਿਲਾ ਜਾਂ ਦੂਜਾ ਚੈਪਟਰ। ਚਲਦੇ ਹਾਂ ਜੀ ਅੱਗੇ। ਕਹਿੰਦੇ ਕਸਕਟਾ ਇਜ਼ ਐਨ ਐਗਜ਼ਾਮਪਲ ਆਫ। ਕਸਕਟਾ ਦਾ ਦੂਜਾ ਨਾਮ ਹੁੰਦਾ ਜੀ ਅਮਰਵੇਲ। ਤੁਸੀਂ ਬੇਰੀ ਉੱਪਰ ਇੱਕ ਪੀਲੇ ਰੰਗ ਦੀ ਵੇਲ ਅਕਸਰ ਪਿੰਡ ਵਿੱਚ ਦੇਖੀ ਹੋਏਗੀ, ਚੜ੍ਹ ਜਾਂਦੀ ਹੈ। ਉਹ ਵੇਲ ਹੌਲੀ ਹੌਲੀ ਪੂਰੇ ਪੇੜ ਨੂੰ ਕਵਰ ਕਰ ਲੈਂਦੀ ਹੈ। ਉਹ ਹੁੰਦੀ ਹੈ ਜੀ ਪੈਰਾਸਿਟਿਕ ਪਲਾਂਟ। ਪੈਰਾਸਾਈਟ ਮਤਲਬ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਸੀ ਜਿਵੇਂ ਇਨਸਾਨਾਂ ਦੇ ਸਿਰ 'ਚ ਜੂੰ, ਉਵੇਂ ਪਲਾਂਟ ਉੱਪਰ ਰਹਿੰਦੀ ਅਮਰਵੇਲ ਜਾਂ ਕਸਕਟਾ।
चलते हैं जी अगे। नैक्सट आ गया जी वेयर इज़ द इंटर कैलरी मैरिस्टैम लोकेटेड इन प्लांट। कहते जी इंटर कैलरी मैरिस्टैम, देखो टिशू वाले चैप्टर चो क्वेश्चन है। मैरिस्टैम 3 टाइप की होंगी है, एपिकल, इंटर कैलरी, लेटरल। एक एपिकल होंगी है जिहड़ी ग्रोइंग टिप ते होंगी है, रूट शूट की टिप ते होंगी है, ठीक है जी। बाकी जिहड़ी है इंटर कैलरी है ना, ये प्रैजेंट होंगी है बेस ऑफ लीफ और इंटरनोड, जिथे पत्ता होंदा पत्ते के बेस को प्रैजेंट होंगी है जी इंटर कैलरी मैरिस्टम, ठीक है जी। मैरिस्टम वो सैल होंदे ने जिहड़े लगातार डिवाइड करते रहंदे ने ते प्लांट नूं जिहड़ा की करन दी कोशिश करते हैं, कोशिश नहीं सॉरी ग्रो करवाने च हेल्प करते हैं। नैक्सट चलते हैं जी, कहते ऑक्सीजन रिच ब्लड फ्रॉम लंग्स फस्ट कम टू। कहते जिहड़ा खून नाल भरिया होया ब्लड सॉरी ऑक्सीजन नाल भरिया ब्लड, ठीक है जी, सब तो पहला कित्थे आएगा, याद रखना है वो आंदा जी लैफ्ट एट्रीयम विच, फिर जांदा लैफ्ट वेंट्रीकल विच, उस तो अगे जांदा एयोटा विच, ठीक है जी, ते अपने सारे बॉडी च सर्कुलेट कर दिता जांदा है। जे आंसर की गल करा, आंसर इत्थे होएगा जी लैफ्ट एट्रीयम, ऑप्शन ए। चलते हैं जी अगे। कहते जी मलेरिया इज़ कॉज्ड बाय। मलेरिया किंदे द्वारा किया जाता है, मलेरिया किया जाता है जी एक प्रोटोजोआ द्वारा, इनका नाम है जी प्लाज्मोडियम। मलेरिया किंदे द्वारा किया जाता है जी प्लाज्मोडियम। क्लास 9वीं दे विच चैप्टर आंदा जी वाई डू वी फॉल इल, उत्थों गल ली गई है। नैक्सट चलते हैं जी, कहते कंसैप्ट ऑफ डबल फर्टिलाइजेशन ट्रिपल फ्यूजन। देखो वैसे +1 का कंसैप्ट है, 9वीं 10वीं च किते भी इनका जिक्र नहीं किया जाता, बट मैं तुहानूं दस दिना डबल फर्टिलाइजेशन की होंदी है जी, जिहड़ा फ्लावर है फ्लावर दे अंदर अपने कोल एक हुंदा एंबरीओ सैक, उहदे विच एक तां नीचे एग पिया हुंदा, विच हुंदे ने 2 पोलर न्यूक्लियाई, ठीक है जी। एक गैमीट आके पोलर न्यूक्लियाई नाल फर्टिलाइज करता है, एक एग नाल करता है, इनू बोलते हैं डबल फर्टिलाइजेशन ट्रिपल फ्यूजन। सो देखो ऑप्शन फ्यूजन ऑफ 1 स्पर्म विद एग एंड अनदर विद 2 पोलर न्यूक्लियाई, ऑप्शन ए बन जाएगी इत्थे अपनी करैक्ट ऑप्शन। चलते हैं जी अगे। कहते विच वन ऑफ द फॉलोइंग इज़ नैचुरल पॉलीमर। इन्हां विचों नैचुरल किहड़ा है, आपां सारिआं नूं पता है कॉटन है जिहड़ी कपाह एक पौधे तो मिलती है, सो ऑप्शन आ जाएगा जी कॉटन। कॉटन तो इलावा होर नैचुरल किहड़ा जी जूट। जे होर पुछ लैन एनीमल तो किहड़ा मिलता है सिल्क, ठीक है जी। बाकी सारे ने जिहड़े ये सारे ने मैन मेड अपने द्वारा कैमिकली तैयार किए जाते हैं। चलते हैं जी, प्रपोर्शन ऑफ स्मॉल पार्टिकल इज़ हाईएस्ट इन। देखो कहते सब तो बरीक कण सब तो ज़्यादा किंदे विच हुंदे ने, देखो याद रखना सैंड हुंदी है रेत, रेत दे कण मोटे मोटे हुंदे ने, सब तो बरीक कण हुंदे ने जी कलेई सोयल दे, इसे करके आपस च ज़्यादा जुड़े हुए भी हुंदे ने, ठीक है जी। कलेई सोयल चीकनी मिट्टी तुसीं समझ सकते हो, सो आंसर आ जाएगा जी ऑप्शन सी, ठीक है जी। ऑप्शन सी इज़ द करेक्ट आंसर। चलते हैं जी अगे, फिर क्वेश्चन रिपीट हो गया। देखो जी क्वेश्चन हाले तक जो ट्रेंड चलता आ रहा है काफ़ी रिपीट होए ने, अगे दा मैं कुछ नहीं कह सकता क्योंकि इस बार पेपर ने जिहड़े थोड़े जे अलग पैटर्न नाल चल रहे हैं। जिवें आपां ETT का पेपर देखिया सारिਆਂ ने बहुत ही डिफरेंट आया सी, बट ये भी नहीं हैगा कि आपां पुराने क्वेश्चनस नूं छड्ड दईए, ये भी करने बहुत जरूरी ने। सो देखो आ क्वेश्चन रिपीट हो गया, जिवें कहंदे जी किहड़ी किताब है, पहलां उन्होंने किताब दसती सी, किहड़ी किताब दसी सी जी, तुहानूं सारिਆਂ नूं पता होएगा रैड डाटा बुक। हुण मैं क्वेश्चन भी नहीं एक्चुअली रीड किया एक्साइटमेंट से, चलो क्वेश्चन रीड कर देना। कहते विच सोर्स बुक हैल्प इन कीपिंग अ रिकॉर्ड ऑफ ऑल एंडेंजर्ड एनीमल एंड प्लांट। एंडेंजर्ड एनीमल एंड प्लांट का मतलब होया जिहड़े खतरे च ने, किहड़ी बुक सी जी रैड डाटा बुक, ठीक है जी। चलते हैं अगे, कहते एड्स इज़ कॉज्ड बाय। एड की जाती है, एड्स की जाती है एक वायरस द्वारा, वायरस का नाम है HIV। एड्स एक सैक्शुअली ट्रांसमिटेड डिजीज़ है, ठीक है जी। नैक्सट क्वेश्चन पे चलते हैं जी, कहते मरकरी पोल्यूशन कोज। देखो अगर अपने पानी या भोजन में मरकरी वध जाए, मरकरी याद रखनी जी मिनी माटा डिजीज़, ठीक है जी। मरकरी M तो मिनी माटा डिजीज़। चलते हैं आगे, कहते विच बैक्टीरिया इज़ रिस्पोंसिबल फॉर नाइट्रोजन फिक्सेशन। नाइट्रोजन फिक्सेशन का मतलब है हवा जी नाइट्रोजन है N2, इनू किंदे कन्वर्ट करना अमोनीया च, नाइट्रेट्स किसी कंपाउंड च कन्वर्ट कर देना। सो ये बैक्टीरिया किहड़ा याद रखना जी, ये आंसर है अपने कोल राइजोबियम। राइजोबियम नाम का बैक्टीरिया ये काम मिट्टी विच पौधों लई करता है, ठीक है जी। तो ये पाया कित्थे जाता है, ये भी क्वेश्चन इंपॉर्टेंट है। राइजोबियम पाया जाता है जी नोड्यूल विच, एक वर्ड याद रख लिया जी रूट नोड्यूल। किहड़ा वर्ड है जी रूट नोड्यूल, ठीक है जी।
चलते हैं आगे, कहते इंसुलिन हार्मोन इज़ सकरीटेड बाय, इंसुलिन हार्मोन की किंदे द्वारा सकरीट किया जाता है। देखो याद रखना, इंसुलिन सकरीट किया जाता है अपने पेट च पिया पैनक्रीआस ग्लैंड, इनू पंजाबी च बोलते हैं जी लुब्बा। इंसुलिन का काम की होंदा, ब्लड शुगर लैवल नू घटाना। ठीक है जी, चलते हैं जी अगे, कहते द कन्वर्जन ऑफ प्रोटीन वेस्ट एंड अमोनीया इनटू यूरिया मेनली अकर इन, कहते जिहड़ा प्रोटीन का वेस्ट हुंदा है, ठीक है जी, तो जिहड़ा अमोनीया है इनू यूरिया विच कित्थे कन्वर्ट किया जाता है। ठीक है जी, ये किया जाता है जी अपने लिवर विच, एक साइकिल चलता है, वो साइकिल के तहत जिहड़ा अमोनीया ते कार्बन डाइऑक्साइड नू मिला के की बना दिता जाता है जी यूरिया। चलते हैं जी अगे, कहते एन इंटरनेशनल एग्रीमेंट बिटवीन गवर्नमेंट, ठीक है जी, अलग अलग देशों दी गवर्नमेंट ने एक एग्रीमेंट साइन किया जिंदे विच उन्होंने की किया, एंडेंजर्ड स्पीशीज़ नू जिहड़ियां खतरे च ने उन्होंने बचाना सी, ये कित्थे किया गया जी, इनू नाम दिता गया सिटीज़, CITES, सॉरी सिटीज़ नहीं कहो, इनू CITES। ठीक है जी, इनके तहत इन्होंने की किया होया जी, सारिਆਂ ਨੂੰ बचाने की गल की गई है। नैक्सट चलते हैं जी, विच ऑर्गेनेली इज़ नोन एज पावर हाउस ऑफ सैल। ठीक है जी, कहते जिहड़ी अपने कोल पावर हाउस सैल किनू कहा जाता है, कहा जाता जी माइटोकॉन्ड्रिया नू। इत्थे मैं 3-4 गल्लां ऐड करना चाहांगा। अगर पुछ लैन ब्रेन ऑफ सैल आ जाएगा न्यूक्लियस, अगर पुछ लैन सुसाइडल बैग, ठीक है जी, खुदकुशी वाली थैली, उत्थे आंसर आ जाएगा जी लाइजोसोम। ठीक है जी, नैक्सट चलते हैं, अगर आ जाए सॉरी किचन ऑफ सैल तो उन्होंने कहा जाता क्लोरोप्लास्ट। प्रोटीन फैक्टरी राइबोसोम्स, राइबोसोम लिखा ना, ये प्रोटीन फैक्टरी, जिहड़ा इत्थे आंसर आना है ये आएगा जी माइटोकॉन्ड्रिया, पावर हाउस ऑफ सैल। अगे आ गया जी, कहते साउंड कैन नॉट ट्रैवल थ्रू, जिहड़ी साउंड है किंदे विचों ट्रैवल नहीं कर सकती। देखो साउंड नू ट्रैवल करने वास्ते एक मीडियम चाहिए, वैक्यूम विच जिहड़ी साउंड है वो ट्रैवल नहीं कर सकती। ठीक है जी, चलते हैं अगे, जे स्पीड की गल आ जाए ना, साउंड की स्पीड किंदे विच ज़्यादा, सब तो ज़्यादा सॉलिड विच, फिर लिक्विड विच, फिर गैस विच, जिंदी डेंसिटी वधदी जाएगी स्पीड उन्दी उन्नी इंक्रीज होंदी जाएगी। चलते हैं अगे, कहते शेविंग मिरर इज़, देखो शेविंग मिरर उपर आप क्वेश्चन करके आए हैं जी, जे तुसीं नहीं पढ़िया वो क्वेश्चन देखो, उनदे विच मिरर का नाम दस्सिया। चलते हैं जी अगे, कहते लाउडनैस ऑफ साउंड इज़ डिटरमाइंड बाय, हुण ये भी क्वेश्चन मैं नहीं दसांगा, ये आपां उपर डिस्कस किया है, सो इस क्वेश्चन नूं तुसीं खुद अटैम्प्ट करो जी। नैक्सट चलते हैं, कहते विच ऑफ द फॉलोइंग इज़ नॉट ट्रू फॉर मैटल्स। मैटल मतलब धातां लई किहड़ी चीज़ ट्रू नहीं हैगी। डक्टिलिटी मतलब हुंदा तारां बनानियां, मैलेबिलिटी मतलब हुंदा शीटां बनानियां, रिंगिंग साउंड मतलब हाँ जी आवाज़ आती है इहदे विचों। तो नैक्सट आ गया जी नॉन कंडक्शन ऑफ हीट। देखो मैटल है जिहड़ा ये की करदा है, जिहड़ा हीट नूं कंडक्ट करदा है, अपने कोल कोई चीज़ होवे मैटल दी, वो गर्म हो जाए तो आपां नूं वो परेशान करदी है। ठीक है जी, मतलब हुंदे तो आपां नूं हीट लग जाती है, अपना हथ सड़ जाता है। सो आंसर है नॉन कंडक्शन ऑफ हीट। देखो इस गल का जरूर ध्यान रखना, नोट पाया सी उन्होंने। ठीक है जी, नोट नूं कई बार हाईलाइट नहीं करते, आपां की कर जाने कन्फ्यूज़ हो जाने। नैक्सट आ गया जी, सोलर एक्लिप्स इज़ कॉज्ड। सोलर एक्लिप्स सूरज ग्रहण कदों लगता है? सूरज ग्रहण लगता जी जदों अर्थ ते सूरज विच मून आ जाए। उन्होंने ऑप्शन लिखो, द मून कम्स बिटवीन सन एंड अर्थ। ठीक है जी, चलते हैं जी नैक्सट, कहते विच बॉडी विल सिंक इन वाटर। उन्होंने नाल देता डेंसिटी ऑफ वाटर कितनी है, 1 ग्राम प्रति क्यूबिक सेंटीमीटर। देखो सिंपल गल याद रखनी है, जिस चीज़ की डेंसिटी पानी तो ज़्यादा है, ठीक है जी, वो पानी विच डुब जाएगी। ठीक है, हुण आ डेंसिटी दी 1 ग्राम पर सेंटीमीटर क्यूब। हुण देखो जे यही वाली मैं ऑप्शन की गल करा, ऑप्शन आ गई डी। हुण इहदे विच की है जी, ये पानी तो डेंसिटी इहदी घट है, सो ये तैरेगी। हुण जे इहनूं kg मीटर च मैं कन्वर्ट करा ना, मैं तुहानूं कैलकुलेशन नहीं करके बता रहा, सिर्फ याद रखिया जे 1000 लीटर पानी की डेंसिटी सेम होंदी है, सो लीटर कह लो, किलोग्राम कह लो। ठीक है जी, ये पानी किंदे विच आंदा है, ये आंदा जी 1 मीटर क्यूब विच। हुण तुसीं कोई भी ऑप्शन देखो ये मैच नहीं करती। सो जिस साल 'च क्वेश्चन आया सी इत्थे ग्रेस मिले सी, अगर इत्थे एवें ऑप्शन हुंदी ना जी सिंपल 1.2 ग्राम पर सेंटीमीटर क्यूब, एक तो ज़्यादा डेंसिटी, सेंटीमीटर ग्राम सेम यूनिट 'च दित्ती है, आंसर ये आ जाना सी। बट इन्हां विचों कोई भी आंसर नहीं हैगा।
चलते हैं जी अगे। कहते रॉकेट वर्क ऑन द प्रिंसीपल ऑफ कंजरवेशन ऑफ, रॉकेट किंदे ते काम करता है जी, रॉकेट काम करता है जी प्रिंसीपल ऑफ कंजरवेशन ऑफ मोमेंटम। ठीक है जी, चलते हैं आगे। कहते द पावर ऑफ एन अर्थक्वेक इज़ एक्सप्रैसड इन द टर्म ऑफ मैगनीट्यूड ऑन अ स्केल कॉल्ड। कहते जी ਜਿਹੜੇ स्केल ਤੇ ਮਾਪੀ ਜਾਂਦੀ ਹੈ ਇਹਨੂੰ ਬੋਲਦੇ ਨੇ ਜੀ ਰਿਕਟਰ ਸਕੇਲ, ਤੇ ਜਿਹੜਾ ਗ੍ਰਾਫ ਹੁੰਦਾ ਉਹਨੂੰ ਬੋਲਦੇ ਨੇ ਸਿਸਮੋਗ੍ਰਾਫ। ਠੀਕ ਹੈ ਜੀ, ਭੂਚਾਲ ਨੂੰ ਮਾਪਣ ਦਾ ਤਰੀਕਾ। ਨੈਕਸਟ ਚਲਦੇ ਹਾਂ ਜੀ, ਦੇਖੋ ਕਹਿੰਦੇ ਦ ਬੇਸ ਯੂਜ਼ਡ ਟੂ ਮੇਕ ਐਨ ਐਂਟੈਸਿਡ। ਐਂਟੈਸਿਡ ਮਤਲਬ ਕੀੜੀ ਵਾਲਾ ਤੇਜ਼ਾਬ ਨਹੀਂ, ਐਂਟੈਸਿਡ ਮਤਲਬ ਐਂਟੀ ਐਸਿਡ, ਜਿਹੜਾ ਐਸਿਡ ਨੂੰ ਖਤਮ ਕਰੇ। ਐਸਿਡ ਨੂੰ ਖਤਮ ਕਰਦਾ ਬੇਸ, ਤੇ ਬੇਸ ਆਪਾਂ ਉੱਪਰ ਕਰਕੇ ਆਏ ਹਾਂ ਮੈਟਲ ਦਾ ਆਕਸਾਈਡ। ਇੱਥੇ ਆਪਸ਼ਨ ਹੈ ਨਾ ਮਿਲਕ ਆਫ ਮੈਗਨੀਸ਼ੀਆ। ਦੇਖੋ ਮੈਗਨੀਸ਼ੀਅਮ ਨੂੰ ਜਦੋਂ ਬਾਲ ਦਾਂਗੇ, ਅੱਗ ਲੱਗਾਗੀ ਇਹਨੂੰ, ਤੇ ਇਹ ਬਣੇਗਾ ਜੀ ਮੈਗਨੀਸ਼ੀਅਮ ਆਕਸਾਈਡ। ਮੈਗਨੀਸ਼ੀਅਮ ਆਕਸਾਈਡ ਜਦੋਂ ਪਾਣੀ 'ਚ ਘੁਲ ਜਾਂਦਾ ਇਹਨੂੰ ਬੋਲਦੇ ਨੇ ਮੈਗਨੀਸ਼ੀਅਮ ਹਾਈਡਰੋਕਸਾਈਡ, ਤੇ ਇਹਨੂੰ ਬੋਲਿਆ ਜਾਂਦਾ ਮਿਲਕ ਆਫ ਮੈਗਨੀਸ਼ੀਆ। ਨੈਕਸਟ ਆ ਗਿਆ ਜੀ ਬਕਮਿੰਸਟਰਸ ਫੁਲਰੀਨ। ਇਹਦੇ 'ਚ ਕਿੰਨੇ ਕਾਰਬਨ ਹੁੰਦੇ ਨੇ ਯਾਦ ਰੱਖਣਾ। ਬਕਮਿੰਸਟਰਸ ਫੁਲਰੀਨ 'ਚ ਹੁੰਦੇ ਨੇ 60 ਕਾਰਬਨ, ਤੇ ਇਹਦਾ ਜਿਹੜਾ ਸਟਰਕਚਰ ਹੁੰਦਾ ਫੁੱਟਬਾਲ ਵਰਗਾ ਹੁੰਦਾ। ਇਹ ਕੀ ਹੈ ਕੀ, ਇਹ ਕੀ ਹੈ ਜੀ ਇੱਕ ਕਾਰਬਨ ਦਾ ਐਲੋਟ੍ਰੋਪ। ਐਲੋਟ੍ਰੋਪ ਮਤਲਬ ਹੁੰਦਾ ਇੱਕ ਰੂਪ ਹੈ। ਕਾਰਬਨ ਦੇ 3 ਐਲੋਟ੍ਰੋਪ ਆਪਾਂ ਪੜ੍ਹਦੇ ਹਾਂ, ਗ੍ਰੈਫਾਈਟ, ਠੀਕ ਹੈ ਜੀ, ਫਿਰ ਇੱਕ ਆਪਾਂ ਪੜ੍ਹਦੇ ਹਾਂ ਜੀ ਡਾਇਮੰਡ, ਤੇ ਦੂਜਾ ਪੜ੍ਹਦੇ ਹਾਂ ਜੀ ਬਕਮਿੰਸਟਰਸ ਫੁਲਰੀਨ। ਸੋ ਇਹਦਾ ਆਨਸਰ ਹੈ C60, 60 ਕਾਰਬਨ ਇਹਦੇ ਵਿੱਚ ਹੁੰਦੇ ਨੇ। ਨੈਕਸਟ ਆ ਗਿਆ ਜੀ ਵਿਚ ਆਫ ਦ ਫੋਲੋਇੰਗ ਇਜ਼ ਅ ਲੂਇਸ ਐਸਿਡ। ਹੁਣ ਮੈਂ ਇੱਥੇ ਡੈਫੀਨੇਸ਼ਨ ਦੱਸ ਦਿੰਦਾ। ਲੂਇਸ ਐਸਿਡ ਉਹ ਹੁੰਦਾ ਜੀ ਜਿਹੜਾ ਇਲੈਕਟ੍ਰੋਨ ਨੂੰ ਅਸੈਪਟ ਕਰੇ। ਠੀਕ ਹੈ ਜੀ, ਹੁਣ ਮੈਂ ਇੱਥੇ ਜ਼ਿਆਦਾ ਡਿਟੇਲ ਨਹੀਂ ਦੱਸਾਂਗਾ। ਆਮ ਤੌਰ 'ਤੇ ਅਮੋਨੀਆ ਇਲੈਕਟ੍ਰੋਨ ਡੋਨੇਟ ਕਰਦਾ, ਵਾਟਰ ਵੀ ਇਲੈਕਟ੍ਰੋਨ ਡੋਨੇਟ ਕਰਦਾ। ਦੇਖੋ AlCl4 ਕੋਲ ਆਲਰੇਡੀ ਨੈਗੇਟਿਵ ਚਾਰਜ, ਇਹਦੇ ਕੋਲ ਇਲੈਕਟ੍ਰੋਨ ਹੈ ਐਕਸਟਰਾ ਨੇ। ਸੋ ਇੱਥੇ ਆਪਸ਼ਨ ਕੀ ਆ ਜਾਏਗੀ FeCl3। ਇਹ ਇਲੈਕਟ੍ਰੋਨ ਨੂੰ ਅਸੈਪਟ ਕਰੇਗਾ, ਤੇ ਇਹਨੂੰ ਬੋਲਾਂਗੇ ਲੂਇਸ ਐਸਿਡ। ਅਗਰ ਇੱਥੇ ਆ ਜਾਂਦਾ ਲੂਇਸ ਬੇਸ, ਸੋ ਲੂਇਸ ਬੇਸ ਕੌਣ ਹੋਣਾ ਸੀ ਅਮੋਨੀਆ। ਅਮੋਨੀਆ ਈਜ਼ੀਲੀ ਇਲੈਕਟ੍ਰੋਨ ਡੋਨੇਟ ਕਰ ਦਿੰਦਾ, ਵਾਟਰ ਵੀ ਕਰ ਦਿੰਦਾ, ਇਹ ਵੀ ਕਰ ਦੇਗਾ ਕਿਉਂਕਿ ਇਹਦੇ ਕੋਲ ਨੈਗੇਟਿਵ ਚਾਰਜ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦ ਫੋਲੋਇੰਗ ਰਿਐਕਸ਼ਨ ਡਜ਼ ਨੋਟ ਟੇਕਸ ਪਲੇਸ। ਇਹਨਾਂ ਵਿੱਚੋਂ ਕਿਹੜੀ ਰਿਐਕਸ਼ਨ ਨਹੀਂ ਹੋਏਗੀ। ਹੁਣ ਇੱਥੇ ਤੁਹਾਨੂੰ ਮੈਂ ਇੱਕ ਸੀਰੀਜ਼ ਯਾਦ ਕਰਵਾਉਣਾ, ਕੇਦਾਰਨਾਥ ਕਾ ਮਾਲੀ Mg, ਆਲੂ Al, ਜਰਾ Zn, ਫੀਕੇ Fn, Fe, ਸੇ Sn, ਪਕਾਤਾ PbH ਹਾਈਡਰੋਜਨ। ਇਹਨਾਂ ਦੀ ਇੱਕ ਸੀਰੀਜ਼ ਹੈ, ਇਹਨੂੰ ਬੋਲਦੇ ਨੇ ਰਿਐਕਟੀਵਿਟੀ ਸੀਰੀਜ਼। ਤੁਸੀਂ ਜੇ ਕਲਾਸ 10th ਤੋਂ ਜਾਂ ਸਿੰਪਲ ਇੱਕ ਵਾਰ ਨੈਟ ਤੋਂ ਸਰਚ ਮਾਰ ਕੇ ਇਹਨੂੰ ਦੇਖ ਸਕਦੇ ਹੋ, ਤੇ ਦੇਖਿਓ ਇਹ ਸਾਰੀਆਂ ਰਿਐਕਸ਼ਨ ਦਿੱਤੀਆਂ ਹੋਈਆਂ ਜੀ। ਇਹ ਦਿੱਤੀਆਂ ਹੋਈਆਂ ਡਿਸਪਲੇਸਮੈਂਟ ਰਿਐਕਸ਼ਨ। ਠੀਕ ਹੈ ਜੀ, ਇੱਕ ਬੰਦਾ ਦੂਜੇ ਨੂੰ ਡਿਸਪਲੇਸ ਕਰੇਗਾ। ਹੁਣ ਇਹ ਰਿਐਕਸ਼ਨ ਕਿਵੇਂ ਹੁੰਦੀ ਹੈ, ਰਿਐਕਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਤਾਕਤਵਰ ਬੰਦਾ ਆ ਕੇ ਦੂਜੇ ਨੂੰ ਡਿਸਪਲੇਸ ਕਰਾਏ। ਜਿਵੇਂ ਦੇਖੋ AgNO3, ਜਦੋਂ ਕੋਈ ਬੰਦਾ ਕਿਸੇ ਨਾਲ ਜੁੜਿਆ ਹੋਇਆ ਨਾ, ਇਹਨੂੰ ਬੋਲਦੇ ਨੇ ਸੋਲਿਊਸ਼ਨ ਫਾਰਮ ਜਾਂ ਸੋਲਟ ਫਾਰਮ। ਇਹ ਵਧੀਆ ਹੁੰਦੀ ਹੈ, ਹਰ ਕੋਈ ਐਵੇਂ ਬਣਨਾ ਚਾਹੁੰਦਾ। ਹੁਣ ਇੱਥੇ ਆ ਜੀ ਕਾਪਰ, ਕਾਪਰ ਜ਼ਿਆਦਾ ਤਾਕਤਵਰ ਹੈ, ਤਾਂ ਇਹ ਕਾਪਰ ਸੋਡੀਅਮ ਕਹਿ ਰਿਹਾ ਸਿਲਵਰ ਨੂੰ ਧੱਕਾ ਮਾਰੇਗਾ, ਤੇ ਦੇਖੋ ਸਿਲਵਰ ਦੀ ਜਗ੍ਹਾ ਆ ਗਿਆ, ਸਿਲਵਰ ਬਾਹਰ ਹੋ ਗਿਆ। ਸੋ ਉੱਥੇ ਰਿਐਕਸ਼ਨ ਨਹੀਂ ਹੋਣੀ ਜਿੱਥੇ ਜਿਹੜਾ ਮੈਟਲ ਹੋਏਗਾ ਉਹ ਵੀਕ ਹੋਇਆ। ਹੁਣ ਜਦੋਂ ਤੁਸੀਂ ਪੂਰੀ ਸੀਰੀਜ਼ ਵੇਖੋਗੇ ਨਾ ਜੀ, ਆਇਰਨ ਉੱਪਰ ਆਉਂਦਾ ਤੇ ਜਿਹੜਾ ਕਾਪਰ ਹੈ ਉਹ ਨੀਚੇ ਆਉਂਦਾ। ਹੁਣ ਕਾਪਰ ਦੀ ਪਾਵਰ ਘੱਟ ਹੈ, ਕਾਪਰ ਆਇਰਨ ਨੂੰ ਧੱਕਾ ਨਹੀਂ ਮਾਰ ਸਕਦਾ। ਸੋ ਆਪਸ਼ਨ ਸੀ ਆ ਰਿਐਕਸ਼ਨ ਨਹੀਂ ਹੋਏਗੀ, ਇਹ ਰਿਐਕਸ਼ਨ ਨਹੀਂ ਹੋਏਗੀ ਜੀ। ਕੁਐਸਚਨ ਸੀ ਆਪਣਾ ਇਹਨਾਂ ਵਿੱਚੋਂ ਕਿਹੜੀ ਰਿਐਕਸ਼ਨ ਨਹੀਂ ਹੋਏਗੀ, ਆਨਸਰ ਇਜ਼ ਆਪਸ਼ਨ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਾਟ ਇਜ਼ ਦ ਬੌਂਡ ਆਰਡਰ ਆਫ O2 ਨੈਗੇਟਿਵ। ਹੁਣ ਇਹ ਕੁਐਸਚਨ ਹੈਗਾ ਜੀ ਜਿਹੜਾ, ਇਹ ਸਾਰਾ ਆਪਣਾ ਕੁਐਸਚਨ ਹੈ ਆਪਣੀ ਕਲਾਸ ਕਹਿ ਲਓ +1 +2 ਦੇ ਵਿੱਚੋਂ। ਇਹਨੂੰ ਬਟ ਕਰਨਾ ਤਾਂ ਹੈਗਾ ਹੀ ਹੈ। ਸਿੰਪਲ ਇੱਕ ਗੱਲ ਦੱਸਾਂ, ਆਕਸੀਜਨ ਦੇ ਇਲੈਕਟ੍ਰੋਨ ਗਿਣੋ ਕਿੰਨੇ ਹੁੰਦੇ ਨੇ ਜੀ 16। O2 ਹੈ ਦੂਜੀ ਆਕਸੀਜਨ ਦੇ, 16 ਕਹਿ ਰਿਹਾ, ਬਾਈ ਮਿਸਟੇਕ। ਆਕਸੀਜਨ ਇੱਕ ਦੇ ਇਲੈਕਟ੍ਰੋਨ ਹੁੰਦੇ ਨੇ ਜੀ 8, ਦੂਸਰੀ ਆਕਸੀਜਨ ਦੇ ਵੀ 8, ਇੱਕ ਨੈਗੇਟਿਵ ਹੈ ਮਤਲਬ ਉਹ ਵੀ ਇੱਕ ਇਲੈਕਟ੍ਰੋਨ ਹੈ। ਇਲੈਕਟ੍ਰੋਨ ਹੋ ਗਏ ਟੋਟਲ 17। ਠੀਕ ਹੈ ਜੀ, ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ। ਇੱਕ ਨੰਬਰ ਹੈ ਜੀ 14 ਜੇ ਇਲੈਕਟ੍ਰੋਨ ਹੋਣ, ਬੌਂਡ ਆਰਡਰ ਹੁੰਦਾ 3। ਹੁਣ ਜਿੰਨਾ ਇਹਦੇ 'ਚ ਇੱਕ ਵਧਾਉਂਦੇ ਜਾਓ ਜਾਂ ਇੱਕ ਘਟਾਉਂਦੇ ਜਾਓ, ਬੌਂਡ ਆਰਡਰ ਅੱਧਾ ਘਟਦਾ ਹੈ। ਦੇਖੋ 14 ਤੇ ਜੇ 3 ਹੈ, 15 ਤੇ ਜਿਹੜਾ ਬੌਂਡ ਹੋ ਜਾਏਗਾ ਘਟਾ ਦਿਓ ਅੱਧਾ, ਰਹਿ ਜਾਏਗਾ 2.5। ਠੀਕ ਹੈ ਜੀ, ਫਿਰ ਆਪਣੇ ਕੋਲ ਜੇ 13 ਦੀ ਮੈਂ ਗੱਲ ਕਰਾਂ, 13 ਦਾ ਵੀ ਬੌਂਡ ਆਰਡਰ ਕੀ ਹੋ ਜਾਏਗਾ 2.5, ਕਿਉਂਕਿ ਇੱਕ ਵਧਾਤਾ ਇੱਕ ਘਟਾਤਾ, 15 ਤੇ 13 ਸੌਰੀ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ ਸੀ। ਮੈਂ ਦੁਬਾਰਾ ਦੱਸਦਾ। ਦੇਖੋ ਯਾਦ ਰੱਖਣਾ, ਜਦੋਂ ਵੀ ਇਲੈਕਟ੍ਰੋਨਸ ਹੋਣ 14,
ਬੌਂਡ ਆਰਡਰ ਹੁੰਦਾ ਜੀ 3। ਜਿੰਨਾ ਇੱਕ ਇੱਕ ਇਲੈਕਟ੍ਰੋਨ ਵਧਾਉਂਦੇ ਜਾਓਗੇ ਬੌਂਡ ਆਰਡਰ ਅੱਧਾ ਘਟਦਾ ਜਾਏਗਾ। ਹੁਣ ਇੱਥੇ ਇਲੈਕਟ੍ਰੋਨ ਆਪਾਂ ਗਿਣੇ ਸੀ, ਆਪਣੇ ਕੋਲ ਸੀ 17, 14 ਤੋਂ 1 ਵਧਾਇਆ, ਦੇਖੋ 1 ਵਧਾਇਆ 3 ਸੀ, ਇਹ ਰਹਿ ਜਾਏਗਾ 2.5, 15 ਤੇ ਇਹ ਰਹਿ ਗਿਆ 2.5, 16 ਤੇ ਇਹ ਰਹਿ ਗਿਆ 2, ਤੇ ਫਿਰ ਆਪਣੇ ਕੋਲ 17 ਤੇ ਹੋ ਜਾਏਗਾ ਜੀ 1.5, 1.5, ਠੀਕ ਹੈ ਜੀ। ਸੋ ਆਨਸਰ ਆ ਜਾਣਾ ਇੱਥੇ 1.5। ਜੇ ਕੱਲੀ O2 ਹੁੰਦੀ 16, ਫਿਰ ਉੱਥੇ ਆ ਜਾਣਾ ਸੀ 2, ਠੀਕ ਹੈ ਜੀ। ਨੈਕਸਟ ਚਲਦੇ ਹਾਂ ਅੱਗੇ। ਵਿਚ ਫਾਰਮੂਲਾ ਆਫ ਨਾਈਟ੍ਰੋਜਨ 4 ਆਕਸਾਈਡ। ਨਾਈਟ੍ਰੋਜਨ 4 ਆਕਸਾਈਡ ਦਾ ਮਤਲਬ ਹੈ ਜੀ ਨਾਈਟ੍ਰੋਜਨ ਦੀ ਜਿਹੜੀ ਆਪਣੇ ਕੋਲ ਸਟੇਟ ਹੋਣੀ ਚਾਹੀਦੀ ਹੈ, ਆਕਸੀਡੇਸ਼ਨ ਸਟੇਟ ਉਹ 4 ਹੋਣੀ ਚਾਹੀਦੀ ਹੈ। ਦੇਖੋ ਅਗਰ ਤੁਹਾਨੂੰ ਥੋੜ੍ਹਾ ਜਿਹਾ ਫਾਰਮੂਲਾ ਬਣਾਉਣਾ ਹੈ, ਆਕਸੀਜਨ ਹਮੇਸ਼ਾ 2 ਨੈਗੇਟਿਵ ਰਹੇਗੀ। ਜੇ ਆਕਸੀਜਨ 2 ਨੈਗੇਟਿਵ ਹੈ, ਇੱਥੇ ਆ ਆਪਸ਼ਨ 'ਚ ਦੇਖੋ ਹੁਣ ਆਕਸੀਜਨ 2 ਨੈਗੇਟਿਵ ਹੈ, 2 ਆਕਸੀਜਨ ਨੇ, ਇਹਦਾ ਮਤਲਬ ਨਾਈਟ੍ਰੋਜਨ 4 ਪੋਜ਼ਿਟਿਵ ਹੋ ਗਿਆ। ਸੋ ਆਨਸਰ ਬਣ ਜਾਏਗਾ ਆਪਣਾ ਆਪਸ਼ਨ ਡੀ। ਬਾਕੀ ਸਾਰਿਆਂ 'ਚ ਕਰੋਗੇ ਨਾਈਟ੍ਰੋਜਨ ਦੀ ਸਟੇਟ ਅਲੱਗ-ਅਲੱਗ ਆਏਗੀ, ਇਸੇ ਆਪਸ਼ਨ 'ਚ ਸਿਰਫ ਕੀ ਹੈ ਜੀ ਨਾਈਟ੍ਰੋਜਨ 4 ਆਕਸਾਈਡ ਸਹੀ ਤਰ੍ਹਾਂ ਬਣੇਗਾ। ਨੈਕਸਟ ਆ ਗਿਆ ਜੀ ਆਪਣੀ ਅੱਜ ਦੀ PDF ਦਾ ਲਾਸਟ ਕੁਐਸਚਨ। ਕਹਿੰਦੇ ਵਿਚ ਆਫ ਦ ਫੋਲੋਇੰਗ ਐਲੀਮੈਂਟ ਇਜ਼ ਅ ਮੈਟਲ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਇੱਕ ਹੈਗਾ ਜੀ ਜਿਹੜਾ ਮੈਟਲ ਹੈ। ਪਹਿਲਾਂ ਮੈਂ ਤੁਹਾਨੂੰ ਸਿੰਪਲ ਦੱਸਾਂ, ਜਿਹੜਾ ਨੰਬਰ ਨੀਚੇ ਲਿਖਿਆ ਉਹ ਹੈ ਜੀ ਇਹਦਾ ਐਟੋਮਿਕ ਨੰਬਰ। ਹੁਣ ਐਟੋਮਿਕ ਨੰਬਰ ਤੋਂ ਬਣਦੀ ਹੈ ਜੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਜਦੋਂ 17 ਦੀ ਬਣਾਓਗੇ ਇਹ ਬਣੇਗੀ 2,8,7। ਹੁਣ ਇਹਨੂੰ ਇਹ ਕੀ ਕਰੇਗਾ, ਇੱਕ ਇਲੈਕਟ੍ਰੋਨ ਅਸੈਪਟ ਕਰੇਗਾ। ਜਿਹੜਾ ਬੰਦਾ ਇਲੈਕਟ੍ਰੋਨ ਅਸੈਪਟ ਕਰੇ ਉਹ ਮੈਟਲ ਨਹੀਂ ਹੁੰਦਾ, ਹੁੰਦਾ ਨੋਨ ਮੈਟਲ। ਸੇਮ 15 ਦਾ ਹਾਲ ਹੈ, ਇੱਧਰ ਆ ਗਿਆ ਜੀ 6, ਇਹ ਬਣੇਗਾ 2,4। ਇਹ 4 ਲੈ ਵੀ ਸਕਦਾ ਇਲੈਕਟ੍ਰੋਨ, 4 ਦੇ ਵੀ ਸਕਦਾ, ਇਹ ਵੀ ਮੈਟਲ ਦੀ ਕੈਟੇਗਰੀ 'ਚ ਨਹੀਂ ਆਉਂਦਾ। ਆਪਸ਼ਨ ਆ ਗਈ ਜੀ ਆਪਣੇ ਕੋਲ ਡੀ। ਜਦੋਂ ਇਹਨੂੰ ਤੁਸੀਂ ਲਿਖੋਗੇ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੇ ਹਿਸਾਬ ਨਾਲ ਇਹ ਬਣੇਗਾ 2,8,2। ਇਹ 2 ਇਲੈਕਟ੍ਰੋਨ ਨੂੰ ਲੂਜ਼ ਕਰ ਦੇਗਾ ਤੇ ਇਹਨੂੰ ਬੋਲਾਂਗੇ ਆਪਾਂ ਮੈਟਲ। ਵੈਸੇ 12 ਨੰਬਰ ਤੇ ਕੌਣ ਹੁੰਦਾ ਜੀ, 12 ਨੰਬਰ ਤੇ ਹੁੰਦਾ ਜੀ ਮੈਗਨੀਸ਼ੀਅਮ। ਸੋ ਇਹ ਸੀ ਆਪਣੇ ਕੁਝ ਬਹੁਤ ਜ਼ਰੂਰੀ 100 ਕੁਐਸਚਨ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਬਹੁਤ ਵਧੀਆ ਲੱਗੇ ਹੋਣਗੇ ਤੇ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਇਹ ਸਮਝ ਆਏ ਹੋਣਗੇ। ਬਾਕੀ ਤੁਸੀਂ ਸਾਰੇ ਸਾਡੇ ਚੈਨਲ ਨਾਲ ਜੁੜੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦੇ ਤੇ ਅਸੀਂ ਤੁਹਾਡੇ ਲਈ ਹੋਰ ਵੀ ਚੰਗਾ ਕੰਟੈਂਟ ਲਿਆਉਂਦੇ ਰਹਾਂਗੇ। ਧੰਨਵਾਦ।